का खालसा वाहिगुरु जी की फतेह। संगत जी आया ਨੂੰ जी आया ਨੂੰ। ਅੱਜ ਦਾ ਅਸੀਂ ਟੌਪਿਕ ਰੱਖਿਆ ਸੰਗਤ ਜੀ ਇਮੋਸ਼ਨਲ ਹੈਲਥ। ਇਹ ਇਮੋਸ਼ਨਲ ਹੈਲਥ ਬਾਰੇ ਅਸੀਂ ਜਾਣਾਂਗੇ ਕਿ ਇਹ ਹੈ ਕੀ, ਔਰ ਜਦੋਂ ਸਾਡੀ ਇਮੋਸ਼ਨਲੀ ਅਸੀਂ ਹੈਲਥੀ ਨਹੀਂ ਰਹਿੰਦੇ ਫਿਰ ਸਾਨੂੰ ਕਿਹੜੀਆਂ ਪ੍ਰੋਬਲਮਸ ਆ ਜਾਂਦੀਆਂ ਨੇ, ਸਾਨੂੰ ਫਿਜ਼ੀਕਲੀ, ਸਾਨੂੰ ਮੈਂਟਲੀ, ਔਰ ਕਿੱਥੇ ਕਿੱਥੇ ਇਹਨਾਂ ਦਾ ਸਾਡੇ ਉੱਤੇ ਅਸਰ ਹੁੰਦਾ। ਕਿ ਅਗਰ ਅਸੀਂ ਮੰਨ ਲਓ ਅਸੀਂ ਵੀਕ ਹਾਂ ਇਮੋਸ਼ਨਲੀ, ਹੈ ਨਾ, ਕਮਜ਼ੋਰ ਹਾਂ, ਅਸੀਂ ਸਾਡੇ ਕੋਲ ਇਮੋਸ਼ਨਸ ਨਹੀਂ ਸੰਭਾਲੇ ਜਾ ਰਹੇ, ਫਿਰ ਅਸੀਂ ਕੀ ਕਰੀਏ ਤਾਂ ਕਿ ਅਸੀਂ ਇਮੋਸ਼ਨਲੀ ਹੈਲਥੀ ਹੋ ਜਾਈਏ। ਪਰਪਸ ਸਾਡਾ ਇਹੀ ਹੈ ਕਿ ਅਸੀਂ ਇਮੋਸ਼ਨਲੀ ਹੈਲਥੀ ਹੋ ਜਾਈਏ। ਸੋ ਇਮੋਸ਼ਨਸ ਕੀ ਹੁੰਦੇ ਨੇ, ਸਾਰਿਆਂ ਨੇ ਆਪ ਜੀ ਨੇ ਐਕਸਪੀਰੀਅੰਸ ਕੀਤਾ ਹੋਇਆ। ਜਦੋਂ ਦੁੱਖ ਲੱਗਦਾ, ਦੁੱਖ ਦਾ ਇਮੋਸ਼ਨ, ਖੁਸ਼ੀ ਮਹਿਸੂਸ ਕਰਦੇ ਉਹ ਇਮੋਸ਼ਨ ਹੈ, ਡਰ ਲੱਗਦਾ, ਇਹ ਇਮੋਸ਼ਨਸ ਨੇ ਸਾਰੇ। ਸੋ ਵਿਦਵਾਨਾਂ ਨੇ ਬਹੁਤ ਸਾਰੇ ਜਿਹੜੇ ਇਮੋਸ਼ਨ ਸਾਨੂੰ ਦੱਸੇ ਨੇ, ਪੋਜ਼ਿਟਿਵ ਨੇ, ਨੈਗੇਟਿਵ ਨੇ, ਐਲੀਵੇਟਡ ਨੇ, ਸਾਡੇ ਕਿੰਨੇ ਤਰ੍ਹਾਂ ਦੇ ਨੇ। ਤਾਂ ਤੁਸੀਂ ਸਾਰਿਆਂ ਨੇ ਜ਼ਿੰਦਗੀ ਵਿੱਚ ਐਕਸਪੀਰੀਅੰਸ ਇਹਨਾਂ ਨੂੰ ਕੀਤਾ ਹੋਇਆ ਹੈ ਨਾ। ਜਿਹੜੀਆਂ ਭਾਵਨਾਵਾਂ ਨੇ, ਉਹ ਜਿਹੜੇ ਉਹ ਇਮੋਸ਼ਨਸ ਜਿਹੜੇ ਨੇ ਉਹ ਸਾਡੇ ਹੈਲਥੀ ਹੋਣੇ ਚਾਹੀਦੇ ਨੇ, ਤੰਦਰੁਸਤ ਹੋਣੇ ਚਾਹੀਦੇ ਨੇ, ਚੜ੍ਹਦੀਆਂ ਕਲਾ ਵਾਲੇ ਹੋਣੇ ਚਾਹੀਦੇ ਨੇ। ਅਗਰ ਉਹ ਵੀਕ ਨੇ, ਕਮਜ਼ੋਰ ਨੇ, ਢਹਿੰਦੀਆਂ ਕਲਾ ਵਾਲੇ ਨੇ, ਫਿਰ ਅਸੀਂ ਦੁਖੀ ਰਵਾਂਗੇ। ਸੋ ਆਪਣੀ ਲਾਈਫ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਨਹੀਂ ਜੀ ਪਾਵਾਂਗੇ, ਔਰ ਸਾਡੇ ਇਮੋਸ਼ਨਸ ਦਾ ਕਿੱਥੇ ਕਿੱਥੇ ਸਾਡੀ ਜ਼ਿੰਦਗੀ ਦੇ ਵਿੱਚ ਅਸਰ ਪੈ ਜਾਂਦਾ। ਸਭ ਤੋਂ ਪਹਿਲਾਂ ਤਾਂ ਸਾਡੇ ਸੈਲਫ ਦੇ ਉੱਤੇ ਹੀ ਪੈਂਦਾ ਹੈ, ਫਿਰ ਇਹਦਾ ਅਸਰ ਸਾਡੀ ਮਾਈਂਡ ਦੇ ਉੱਤੇ, ਸਾਡੀ ਬਾਡੀ ਦੇ ਉੱਤੇ, ਸਾਡੇ ਰਿਲੇਸ਼ਨਸ ਦੇ ਉੱਤੇ, ਸਾਡੇ ਜੀਨਸ ਦੇ ਉੱਤੇ, ਸਾਡੀ ਫੈਮਿਲੀ, ਫਰੈਂਡਸ, ਐਨਵਾਇਰਨਮੈਂਟ, ਔਰ ਫੂਡ ਦੇ ਉੱਤੇ, ਵਾਟਰ ਦੇ ਉੱਤੇ। ਇਹ ਸਾਰੀਆਂ ਸਾਇੰਸ ਨੇ ਰਿਸਰਚਸ ਕੀਤੀਆਂ ਨੇ। ਨੇਚਰ ਦੇ ਉੱਤੇ, ਪੂਰੇ ਐਟਮੋਸਫੀਅਰ ਦੇ ਉੱਤੇ ਜਿਹੜਾ ਹੈ ਸਾਡੇ ਇਮੋਸ਼ਨਸ ਦਾ ਬਹੁਤ ਗਹਿਰਾ ਅਸਰ ਪੈਂਦਾ। ਤਾਂ ਇਹ ਸਾਰਿਆਂ ਦੇ ਨਾਲ ਅਸੀਂ ਕਨੈਕਟਡ ਹਾਂ। ਤਾਂ ਇਹਦਾ ਮਤਲਬ ਸਾਡੀ ਹੋਲ ਲਾਈਫ ਦੇ ਉੱਤੇ ਇਹਦਾ ਜਿਹੜਾ ਇਫੈਕਟ ਪੈਂਦਾ ਸਾਡੇ ਇਮੋਸ਼ਨਸ ਦਾ। ਸੋ ਨੈਗੇਟਿਵ ਇਮੋਸ਼ਨਸ ਵੀ ਹੁੰਦੇ ਨੇ, ਪੋਜ਼ਿਟਿਵ ਇਮੋਸ਼ਨਸ ਵੀ ਹੁੰਦੇ ਨੇ। ਨੈਗੇਟਿਵ ਜਿਹੜੇ ਨੇ ਉਹ ਸਾਨੂੰ ਜਿਹੜਾ ਹੈ ਡਾਊਨ ਕਰੀ ਜਾਂਦੇ ਨੇ, ਜਿਹੜੇ ਪੋਜ਼ਿਟਿਵ ਹੁੰਦੇ ਨੇ ਉਹ ਸਾਨੂੰ ਚੜ੍ਹਦੀਆਂ ਕਲਾ ਵਿੱਚ ਲੈ ਜਾਂਦੇ ਨੇ। ਸੋ ਇਮੋਸ਼ਨਲ ਹੈਲਥ ਬਾਰੇ ਵਿਦਵਾਨ ਕੀ ਕਹਿੰਦੇ ਨੇ, ਵੀ ਕਿਹਨੂੰ ਕਿਹਾ ਜਾਵੇ ਵੀ ਤੁਸੀਂ ਜਿਹੜਾ ਇਮੋਸ਼ਨਲੀ ਹੈਲਥੀ ਹੋ। ਉਹ ਕਹਿੰਦੇ ਨੇ ਜ਼ਿੰਦਗੀ ਵਿੱਚ ਚੇਂਜਸ ਤਾਂ ਆਉਣਗੇ ਹੀ ਆਉਣਗੇ, ਔਰ ਹਰ ਪਲ ਜ਼ਿੰਦਗੀ ਵਿੱਚ ਕੋਈ ਨਾ ਕੋਈ ਚੈਲੰਜ ਸਭ ਦੇ ਅੱਗੇ ਖੜਾ ਰਹਿੰਦਾ ਹੈ। ਇੱਕ ਠੀਕ ਹੋਇਆ, ਸੋਲਵ ਹੋਇਆ, ਅਗਲਾ ਕੋਈ ਹੋਰ ਚੈਲੰਜ ਆ। ਲਾਈਫ ਇਸੇ ਤਰ੍ਹਾਂ ਹੀ ਹੈ, ਸਭ ਦੀ ਲਾਈਫ ਇਸੇ ਤਰ੍ਹਾਂ ਹੈ। ਸੋ ਉਹ ਚੇਂਜਸ ਦੇ ਵਿੱਚ, ਔਰ ਜਿਹੜੇ ਚੈਲੰਜ ਆਉਂਦੇ ਨੇ ਲਾਈਫ ਦੇ ਵਿੱਚ, ਉਹਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਦੇ ਹੋ, ਇਹ ਤੁਹਾਡੀ ਇਮੋਸ਼ਨਲ ਹੈਲਥ ਦਾ ਪਤਾ ਚੱਲਦਾ ਵੀ ਤੁਸੀਂ ਡੀਲ ਕਿਵੇਂ ਕਰਦੇ ਹੋ। ਤੁਸੀਂ ਨੈਗੇਟਿਵ ਹੋ ਜਾਂਦੇ ਹੋ, ਉਹਦੇ ਵਿੱਚ ਸਟਕ ਹੋ ਜਾਂਦੇ ਹੋ, ਤੁਹਾਡੇ ਕੋਲ ਨਿਕਲਿਆ ਨਹੀਂ ਜਾ ਰਿਹਾ, ਫਿਰ ਤੁਸੀਂ ਇਮੋਸ਼ਨਲੀ ਜਿਹੜਾ ਹੈਲਥੀ ਨਹੀਂ ਹੈਗੇ। ਅਗਰ ਤੁਸੀਂ ਉਹਨਾਂ ਦੇ ਵਿੱਚੋਂ ਨਿਕਲ ਜਾਂਦੇ ਹੋ, ਪੋਜ਼ਿਟਿਵ ਰਹਿੰਦੇ ਹੋ, ਤਾਂ ਫਿਰ ਤੁਸੀਂ ਇਮੋਸ਼ਨਲੀ ਹੈਲਥੀ ਹੋ। ਇਹ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ, ਕਦੇ ਰਿਲੇਸ਼ਨਸ ਵੱਲੋਂ, ਰਿਸ਼ਤਿਆਂ ਵੱਲੋਂ, ਫੈਮਿਲੀ ਦੇ ਵਿੱਚ ਕੋਈ ਨਾ ਕੋਈ ਚੈਲੰਜ ਸਾਡੇ ਅੱਗੇ ਖੜਾ ਰਹੇਗਾ, ਔਰ ਸਾਡਾ ਆਪਣਾ ਪਰਸਨਲ ਵੀ ਕੋਈ ਹੋ ਸਕਦਾ, ਔਰ ਬਾਹਰਲੇ ਸਰਕਮਸਟੈਂਸਸ ਤੋਂ ਵੀ ਹੋ ਸਕਦਾ, ਸੋਸਾਇਟੀ ਤੋਂ ਕੋਈ ਹੋ ਸਕਦਾ ਸਾਨੂੰ ਚੈਲੰਜ ਮਿਲ ਜਾਵੇ, ਨੇਚਰ ਤੋਂ ਮਿਲ ਸਕਦਾ। ਕਦੀ ਤੂਫਾਨ ਆ ਗਏ, ਕਦੀ ਭੁਚਾਲ ਆ ਗਏ, ਕਦੀ ਬਰਸਾਤ ਆ ਗਈ, ਕਦੀ ਕੁਛ ਆ ਗਿਆ, ਸਰਦੀ ਹੋ ਗਈ, ਗਰਮੀ ਹੋ ਗਈ। ਔਰ ਕਈ ਵਾਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਕੇ ਰਹਿਣਾ ਪੈ ਜਾਂਦਾ ਆ, ਕਦੀ ਜੌਬ ਦੇ ਵਿੱਚ, ਬਿਜ਼ਨਸ ਦੇ ਵਿੱਚ, ਕਦੀ ਅਪਸ ਐਂਡ ਡਾਊਨਸ ਇਹ ਆਣੇ ਆ। ਇਹ ਇਸ ਤਰ੍ਹਾਂ ਹੀ ਲਾਈਫ ਚੱਲਦੀ ਸਾਰਿਆਂ ਦੀ। ਸੋ ਇਸ ਸੰਸਾਰ ਵਿੱਚ ਆਏ ਹਾਂ, ਇੱਥੇ ਕਦੀ ਸੰਗਤ ਜੀ ਦੁੱਖ ਆਉਣਗੇ ਸਾਡੇ ਜੀਵਨ ਦੇ ਵਿੱਚ, ਕਦੀ ਸੁੱਖ ਵੀ ਆਉਣਗੇ, ਕਦੀ ਪ੍ਰੋਫਿਟ ਹੋਵੇਗਾ, ਕਦੀ ਲਾਸ ਹੋਵੇਗਾ, ਕਦੀ ਜੰਮਣਾ, ਕਦੀ ਮਰਨਾ ਹੋਏਗਾ, ਔਰ ਕਦੀ ਕੋਈ ਸਾਨੂੰ ਧੋਖਾ ਦੇ ਸਕਦਾ ਹੈ, ਕਦੀ ਸਾਨੂੰ ਚੀਟ ਕਰ ਸਕਦਾ ਹੈ, ਕੋਈ ਸਾਡਾ ਫਰੈਂਡ ਬਣ ਸਕਦਾ, ਕੋਈ ਸਾਡੀ ਹੈਲਪ ਕਰ ਸਕਦਾ। ਇਹ ਸਾਰਾ ਕੁਝ ਹੋਏਗਾ। ਇਹ ਸਾਰੇ ਹਾਲਾਤ, ਪਰਿਸਥਿਤੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਡੀਲ ਕਿਸ ਤਰ੍ਹਾਂ ਕਰਦੇ ਹਾਂ। ਅਗਰ ਪੋਜ਼ਿਟਿਵਲੀ ਉਹਨਾਂ ਨੂੰ ਡੀਲ ਕਰਦੇ ਹਾਂ, ਔਰ ਐਕਸੈਪਟ ਕਰਦੇ ਹਾਂ ਵੀ ਜੋ ਸਰਕਮਸਟੈਂਸਸ ਆ ਗਏ ਨੇ, ਤਾਂ ਹੁਣ ਮੈਂ ਇਹਦੇ ਨਾਲ ਕਿਵੇਂ ਡੀਲ ਕਰਨਾ ਹੈ, ਤਾਂ ਅੱਛੀ ਤਰ੍ਹਾਂ ਉਹਨੂੰ ਅਸੀਂ ਡੀਲ ਕਰ ਲੈਂਦੇ ਹਾਂ, ਤਾਂ ਫਿਰ ਅਸੀਂ ਇਮੋਸ਼ਨਲੀ ਹੈਲਥੀ ਹਾਂ। ਅਗਰ ਅਸੀਂ ਉਹ ਬਹੁਤ ਪਰੇਸ਼ਾਨ, ਅਸ਼ਾਂਤ ਹੋਈ ਜਾ ਰਹੇ ਹਾਂ, ਸਟ੍ਰੈਸ ਲੈ ਰਹੇ ਹਾਂ ਵੀ ਇਹ ਕਿਉਂ ਹੋ ਗਿਆ, ਤੇ ਔਰ ਅਸੀਂ ਦੁਨੀਆ ਨੂੰ ਬਦਲਣਾ ਚਾਹਾਂਗੇ, ਦੂਸਰੇ ਨੂੰ ਬਦਲਣਾ ਚਾਹਾਂਗੇ, ਇਸ ਤਰ੍ਹਾਂ ਨਹੀਂ ਹੋਣਾ। ਸੋ ਇਮੋਸ਼ਨਲੀ ਹੈਲਥੀ ਹੋਣ ਦੇ ਲਈ
ਸੰਗਤ ਜੀ ਸਾਡੇ ਸਾਰਿਆਂ ਕੋਲ ਪਰਮਾਤਮਾ ਨੇ ਪਾਵਰ ਦਿੱਤੀ ਹੋਈ ਹੈ, ਉਹ ਹੈ ਸਾਡੇ ਮਨ ਦੀ ਪਾਵਰ, ਸਾਡੀ ਆਪਣੀ ਇਨਰ ਸਟਰੈਂਥ, ਸਾਡੀ ਹੀ ਸ਼ਕਤੀ। ਉਹਦੇ ਉੱਤੇ ਅਸੀਂ ਵਿਚਾਰਾਂ ਕਰਾਂਗੇ ਕਿ ਕਿਵੇਂ ਅਸੀਂ ਇਮੋਸ਼ਨਲੀ ਹੈਲਥੀ ਹੋ ਜਾਈਏ। ਸੋ ਇਹਦੇ ਲਈ ਜਿਹੜੀਆਂ ਰਿਸਰਚਸ ਨੇ ਇਮੋਸ਼ਨਸ ਦੇ ਉੱਤੇ, ਪੋਜ਼ਿਟਿਵ ਇਮੋਸ਼ਨ ਥੋੜ੍ਹੇ ਜਿਹੇ ਮੈਂ ਆਪ ਜੀ ਨੂੰ ਦੱਸ ਦੇਵਾਂ, ਥੋੜ੍ਹੇ ਜਿਹੇ ਨੈਗੇਟਿਵ, ਤਾਂ ਕਿ ਸਾਨੂੰ ਪਤਾ ਚੱਲ ਜਾਵੇ। ਪੋਜ਼ਿਟਿਵ ਵਿੱਚ ਕਹਿੰਦੇ ਨੇ ਜਿਵੇਂ ਲਵ, ਹੈ ਨਾ, ਪੀਸ, ਤੁਸੀਂ ਸ਼ਾਂਤੀ ਮਹਿਸੂਸ ਕਰਦੇ ਹੋ, ਪ੍ਰੇਮ ਭਾਵ ਮਹਿਸੂਸ ਕਰਦੇ ਹੋ, ਜੋਏ ਮਹਿਸੂਸ ਕਰਦੇ ਹੋ, ਹੋਪ ਆ ਤੁਹਾਨੂੰ ਜ਼ਿੰਦਗੀ ਦੇ ਵਿੱਚ, ਗ੍ਰੈਟੀਟਿਊਡ ਆ, ਸ਼ੁਕਰਾਨੇ ਦਾ ਭਾਵ ਆ, ਇਹ ਸਾਰੇ ਜਿਹੜੇ ਅੱਛੇ ਇਮੋਸ਼ਨਸ ਨੇ ਸਾਡੇ। ਤੇ ਨੈਗੇਟਿਵ ਇਮੋਸ਼ਨਸ ਵੀ ਬਹੁਤ ਲੰਬੀਆਂ ਲਿਸਟਾਂ ਨੇ, ਮੈਂ ਤਾਂ ਥੋੜ੍ਹੇ ਥੋੜ੍ਹੇ ਜ਼ਿਕਰ ਕਰ ਰਹੀ ਹਾਂ ਕਿ ਤੁਹਾਨੂੰ ਇੱਕ ਵਾਰ ਪਤਾ ਚੱਲ ਜਾਵੇ ਵੀ ਇਹ ਇਮੋਸ਼ਨਸ ਹੁੰਦੇ ਨੇ। ਐਂਗਰ, ਫੀਅਰ, ਜੈਲਸੀ, ਸੈਡਨੈਸ, ਇਹ ਸਾਰੇ ਜਿਹੜੇ ਇਸ ਤਰ੍ਹਾਂ ਦੇ, ਲੋਨਲੀਨੈਸ, ਐਮਪਟੀਨੈਸ, ਇਹ ਸਾਰੇ ਨੈਗੇਟਿਵ ਇਮੋਸ਼ਨਸ ਨੇ। ਤੇ ਹੋਪਲੈਸਨੈਸ, ਉਮੀਦ ਹੀ ਨਹੀਂ ਕੋਈ ਜ਼ਿੰਦਗੀ ਵਿੱਚ ਜਦੋਂ ਅਸੀਂ ਕਰਦੇ, ਇਹ ਸਾਰੇ ਨੈਗੇਟਿਵ ਇਮੋਸ਼ਨਸ ਨੇ, ਬਹੁਤ ਸਾਰੇ ਨੇ ਇਸ ਤਰ੍ਹਾਂ ਦੇ। ਤੇ ਸਭ ਤੋਂ ਪਹਿਲਾਂ 90 ਦੇ ਵਿੱਚ, 1990 ਦੇ ਵਿੱਚ, ਜਿਹੜਾ ਮਾਈਂਡ ਦੇ ਉੱਤੇ ਤਾਂ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਨੇ ਸਾਇੰਟਿਸਟ ਨੇ, ਵਿਦਵਾਨ ਨੇ, ਮਨੋਵਿਗਿਆਨੀ ਨੇ, ਲੇਕਿਨ 90 ਦੇ ਵਿੱਚ ਇਹਨਾਂ ਨੇ ਜਿਹੜਾ ਇਮੋਸ਼ਨਸ ਨੂੰ ਡਿਫਾਈਨ ਕੀਤਾ ਸੀ, ਉਹਦੀ ਡੈਫੀਨੇਸ਼ਨ ਦਿੱਤੀ ਸੀ ਕਿ ਸਾਡੇ ਮਨ ਦਾ ਇੱਕ ਪਾਰਟ ਆ, ਹਿੱਸਾ ਆ, ਜਿਹੜਾ ਕਿ ਇਮੋਸ਼ਨ ਆ, ਇਹਨੂੰ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਸੀ ਕਿ ਹੁੰਦੇ ਕੀ ਨੇ ਇਮੋਸ਼ਨਸ। ਔਰ ਫਿਰ ਉਸ ਤੋਂ ਕੁਝ ਸਮੇਂ ਬਾਅਦ ਫਿਰ ਕੁਐਸਚਨਰ ਹੀ ਉਹਨਾਂ ਨੇ ਇੱਕ ਤਿਆਰ ਕਰ ਦਿੱਤਾ, ਜਿੱਥੋਂ ਕਿ ਸਾਨੂੰ ਪਤਾ ਚੱਲ ਜਾਵੇ ਵੀ ਅਸੀਂ ਹੈ ਇਮੋਸ਼ਨਲੀ ਹੈਲਥੀ ਹੈ ਕਿ ਨਹੀਂ। ਸੋ ਅਗਰ ਇਸ ਤਰ੍ਹਾਂ ਕੋਈ ਤੁਹਾਡੇ ਵਿੱਚੋਂ ਇਹਦੇ ਨਾਲ ਡੀਲ ਕਰ ਰਿਹਾ ਹੋਵੇ, ਜਾਂ ਇਸ ਤਰ੍ਹਾਂ ਮੈਂਟਲੀ ਜਿਹੜਾ ਹੈ ਸਿੱਕ ਹੋਵੋ, ਤਾਂ ਜ਼ਰੂਰ ਤੁਹਾਨੂੰ ਉਹ ਕੁਐਸਚਨਸ ਦੇ ਥਰੂ ਜਿਹੜਾ ਪਤਾ ਕਰਦੇ ਨੇ ਕਿ ਤੁਹਾਡਾ ਕੀ ਸਟੇਟ ਆ, ਤੁਹਾਡੀ ਕਿੰਨੇ ਕੁ ਤੁਸੀਂ ਇਹਦੇ ਵਿੱਚ ਸਟਕ ਹੋ ਗਏ ਹੋ, ਔਰ ਕਿੰਨਾ ਕੁ ਤੁਹਾਨੂੰ ਇਹਦੇ ਲਈ ਇਹਦੇ ਵਿੱਚੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਸੋ ਉਸ ਤੋਂ ਬਾਅਦ ਤਾਂ ਇੰਨੀਆਂ ਕਿ ਜ਼ਿਆਦਾ ਰਿਸਰਚਸ ਹੋਈਆਂ ਨੇ, ਅੱਜ ਦੀ ਡੇਟ ਦੇ ਵਿੱਚ ਤਾਂ ਇਹਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਜਾ ਰਿਹਾ। ਸੋ CDC, ਸੈਂਟਰ ਆਫ ਡਿਜ਼ੀਜ਼ ਕੰਟਰੋਲ, ਇਹ ਮੈਂ ਨੋਟ ਕਰਕੇ ਰੱਖ ਦਿੰਦੀ ਤਾਂ ਕਿ ਸਾਨੂੰ ਕਲੀਅਰ ਹੋ ਜਾਵੇ ਵੀ ਰਿਸਰਚਸ, ਅੱਜ ਦੀ ਗਵਰਨਮੈਂਟ, ਅੱਜ ਦੀ ਸਾਇੰਸ ਸਾਨੂੰ ਕੀ ਕਹਿ ਰਹੀ ਹੈ। ਇਹਨਾਂ ਦੀ 2005 ਤੋਂ 2011 ਤੱਕ ਦਾ ਜੋ ਡੇਟਾ, ਉਹ ਦੱਸ ਰਿਹਾ ਕਿ 3 ਤੋਂ 17 ਸਾਲ ਦੇ ਜਿਹੜੇ ਬੱਚੇ ਨੇ, ਇਹੀ ਜਿਹੜੇ ਨੇ ਮਤਲਬ ਮੈਂਟਲ ਹੈਲਥ ਦੇ ਇਹਨਾਂ ਨੂੰ ਇਸ਼ੂਜ਼ ਚੱਲ ਰਹੇ ਨੇ। 3 ਤੋਂ 17 ਸਾਲ ਦੇ ਵਿੱਚ, ਜਦੋਂ ਕਿ ਅਸੀਂ ਕਹਿੰਦੇ ਬੱਚਿਆਂ ਦੇ ਖੇਡਣ ਦੇ ਦਿਨ ਆ, ਜਵਾਨੀ ਉਮਰ ਦੇ ਨੱਚਣ ਖੇਡਣ ਦੇ ਦਿਨ ਆ, ਤਾਂ ਇਹ ਇਮੋਸ਼ਨਲੀ ਜਿਹੜੇ ਮੈਂਟਲ ਜਿਹੜੇ ਇਹਨਾਂ ਨੂੰ ਇਸ਼ੂਜ਼ ਚੱਲ ਰਹੇ ਨੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਮੋਸ਼ਨਲ ਜਿਹੜੀ ਇਮੋਸ਼ਨਲੀ ਇਹ ਬੜੇ ਜਿਹੜੇ ਵੀਕ ਨੇ ਇਹ ਬੱਚੇ। ਔਰ 12 ਤੋਂ 17 ਸਾਲ ਦੇ ਜਿਹੜੇ ਨੇ 11% ਬੱਚੇ ਜਿਹੜੇ ਨੇ ਜਾਂ ਸਿਗਰਟ ਦਾ ਸਹਾਰਾ ਲੈਂਦੇ ਨੇ ਆਪਣਾ ਮੈਂਟਲ ਇਸ਼ੂਜ਼ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ, ਜਾਂ ਫਿਰ ਅਲਕੋਹਲ ਦਾ, ਜਾਂ ਫਿਰ ਡਰੱਗਸ ਦਾ। ਪਰ ਉਹ ਕਹਿੰਦੇ ਕਿ ਇਹ ਬਹੁਤ ਵੱਡਾ ਭੁਲੇਖਾ ਹੈ। ਉਹਨਾਂ ਟਾਈਮ ਉਹਨਾਂ ਨੂੰ ਲੱਗਦਾ ਵੀ ਅਸੀਂ ਭੁੱਲ ਗਏ ਹਾਂ ਸਾਰਾ ਕੁਛ, ਲੇਕਿਨ ਉਹ ਸਗੋਂ ਮੈਂਟਲੀ ਹੋਰ ਵੀਕ ਹੋਈ ਚੱਲੀ ਜਾਂਦੇ ਨੇ, ਕਿਉਂਕਿ ਇਹ ਸੋਲੂਸ਼ਨ ਨਹੀਂ ਹੈਗਾ। ਤੇ ਉਹ ਫਿਰ ਉਲਟਾ ਇਹਨਾਂ ਚੀਜ਼ਾਂ ਦੀ ਐਡਿਕਸ਼ਨ ਹੋ ਜਾਂਦੀ ਹੈ, ਔਰ ਫਿਰ ਇਹ ਵੀ ਚੀਜ਼ਾਂ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਨੇ। ਸੋ ਹੋਰ ਉਹ ਜ਼ਿਆਦਾ ਜਿਹੜਾ ਇਮੋਸ਼ਨਲੀ ਵੀਕ ਹੋਈ ਚਲਾ ਜਾਂਦਾ ਹੈ। ਤੋ ਇਹਨਾਂ ਨੇ ਕਿਹਾ ਵੀ ਜਿਹੜਾ ਸੁਸਾਈਡ ਵੀ ਜਿਹੜੇ ਕਰ ਲੈਂਦੇ ਨੇ ਨਾ, ਉਹਨਾਂ ਦਾ ਵੀ ਕਿਤੇ ਨਾ ਕਿਤੇ ਉਹ ਇਮੋਸ਼ਨਲੀ ਜਿਹੜੇ ਆ ਆਪਣੇ ਇਮੋਸ਼ਨ ਦੇ ਵਿੱਚ ਇੰਨੇ ਸਟਕ ਹੋ ਜਾਂਦੇ ਨੇ, ਬਾਹਰ ਨਹੀਂ ਨਿਕਲ ਪਾਉਂਦੇ, ਉਹਨੂੰ ਡੀਲ ਨਹੀਂ ਕਰ ਪਾਉਂਦੇ, ਜਿਹਦੇ ਕਾਰਨ ਇਹ ਵੀ ਸਟੈਪ ਕਈ ਵਾਰ ਲੈ ਲੈਂਦੇ ਨੇ। ਕੈਨੇਡਾ ਮੈਂਟਲ ਹੈਲਥ ਨੇ ਵੀ ਕੰਮ ਕੀਤਾ, NCBI ਨੇ ਵੀ, ਬਹੁਤ ਸਾਰੀਆਂ। ਚਲੋ ਹੁਣ ਇੰਨਾ ਅਸੀਂ ਡੇਟਾ ਦੇਖ ਦੇਖ ਕੇ ਕੀ ਕਰਨਾ, ਮਤਲਬ ਸਾਰੇ ਅੱਜ ਇਹਦੇ ਉੱਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ। ਤੋ ਫਿਰ ਜਿਹੜੀਆਂ ਰਿਸਰਚਸ ਕਹਿ ਰਹੀਆਂ ਨੇ ਕਿ ਅਗਰ ਤੁਸੀਂ ਇਮੋਸ਼ਨਲੀ ਵੀਕ ਹੋ, ਤਾਂ ਫਿਰ ਤੁਹਾਡੀ ਫਿਜ਼ੀਕਲ ਬਾਡੀ ਦੇ ਉੱਤੇ ਬਹੁਤ ਸਾਰੀਆਂ ਬਿਮਾਰੀਆਂ ਆ ਕੇ ਹੀ ਰਹਿਣਗੀਆਂ, ਕਿ ਮਨ ਕਰਕੇ ਤਾਂ ਤੁਸੀਂ ਦੁਖੀ ਹੋ ਹੀ ਹੋ, ਨਾ ਤੁਹਾਡੇ ਰਿਲੇਸ਼ਨਸ਼ਿਪ ਅੱਛੇ ਹੋਣਗੇ ਅਗਰ ਤੁਸੀਂ ਇਮੋਸ਼ਨਲੀ ਜਿਹੜਾ ਵੀਕ ਹੋ, ਨਾ ਹੀ ਤੁਸੀਂ ਆਪਣੀ ਲਾਈਫ ਨੂੰ ਵਧੀਆ ਇੰਜੋਏ ਕਰ ਪਾਓਗੇ, ਔਰ ਤੁਹਾਡਾ ਖੁਸ਼ੀ ਨਾਲ ਨਹੀਂ ਜੀ ਪਾਓਗੇ, ਕੰਮ ਕਰਨ 'ਚ ਚਾਅ ਨਹੀਂ ਰਹੇਗਾ, ਉਮੰਗ ਨਹੀਂ ਰਹੇਗਾ, ਉਤਸ਼ਾਹ ਨਹੀਂ ਰਹੇਗਾ, ਸੈਡਨੈਸ ਫੀਲ ਕਰੋਗੇ, ਲੋਨਲੀ ਫੀਲ ਕਰੋਗੇ। ਤੇ ਔਰ ਫਿਜ਼ੀਕਲ ਬਿਮਾਰੀਆਂ ਦਾ ਤਾਂ ਇੰਨਾ ਜ਼ਿਆਦਾ ਜ਼ਿਕਰ ਕਰ ਦਿੱਤਾ ਕਿ ਇੰਨਾ ਜ਼ਿਆਦਾ ਜ਼ਿਕਰ ਕਰ ਦਿੱਤਾ, ਥੋੜ੍ਹੀਆਂ ਜਿਹੀਆਂ ਮੈਂ ਆਪ ਜੀ ਨੂੰ ਜ਼ਰੂਰ ਦੱਸਾਂਗੀ। ਉਹ ਦੱਸਣ ਦਾ ਪਰਪਸ
ਬਿਮਾਰੀਆਂ ਨੂੰ ਦੇਖਣਾ ਨਹੀਂ ਆ, ਪਰਪਸ ਇਹ ਆ ਕਿ ਅਸੀਂ ਆਪਣੇ ਇਮੋਸ਼ਨਸ ਤੱਕ ਅੱਜ ਪਹੁੰਚੀਏ ਕਿ ਸਾਡੀ ਸੋਚ ਇਸ ਤਰ੍ਹਾਂ ਦਾ ਤੇ ਨਹੀਂ, ਤਾਂ ਫਿਰ ਬਿਮਾਰੀਆਂ ਨੂੰ ਅਸੀਂ ਹੀ ਬੁਲਾ ਰਹੇ ਹਾਂ। ਸੋ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਬੜਾ ਕੰਮ ਕੀਤਾ। ਇਹ ਕਹਿੰਦੇ ਨੇ ਕਿ ਜਦੋਂ ਸਟੂਡੈਂਟਸ ਐਗਜ਼ਾਮਸ ਦਾ ਸਟ੍ਰੈਸ ਲੈ ਲੈਂਦੇ ਨੇ, ਥੋੜਾ ਸਟ੍ਰੈਸ ਨਾਰਮਲ ਆ, ਪਰ ਜਿਹੜੇ ਜ਼ਿਆਦਾ ਹੀ ਫਿਰ ਪੜ੍ਹ ਵੀ ਲੈਂਦੇ ਨੇ ਲੇਕਿਨ ਭੁੱਲ ਜਾਂਦੇ ਨੇ ਐਗਜ਼ਾਮ ਦੇਣ ਵੇਲੇ, ਡਰੇ ਹੀ ਰਹਿੰਦੇ ਨੇ। ਮੇਰਾ ਉਹ ਐਗਜ਼ਾਮ ਦੇਣ ਤੋਂ ਬਾਅਦ ਵੀ ਡਰੇ ਰਹਿੰਦੇ ਨੇ ਕਿ ਪਤਾ ਨਹੀਂ ਮੇਰੇ ਕਿਹੋ ਜਿਹੇ ਮਾਰਕਸ ਆਣਗੇ। ਸੋ ਇਹ ਇਹਨਾਂ ਨੂੰ ਵਾਇਰਲ ਇਨਫੈਕਸ਼ਨ ਇਹਨਾਂ ਨੂੰ ਜ਼ਿਆਦਾ ਹੁੰਦੀ, ਉਹਨਾਂ ਦਿਨਾਂ 'ਚ ਖਾਸ ਕਰਕੇ ਜ਼ਿਆਦਾ ਹੋ ਜਾਂਦੀ। ਔਰ ਜਿਹੜੇ ਜਿਨ੍ਹਾਂ ਨੂੰ ਵਰਕ ਦਾ ਸਟ੍ਰੈਸ ਆ, ਬਹੁਤ ਸੰਗਤਾਂ ਆ ਕੇ ਸ਼ੇਅਰ ਕਰਦੀਆਂ ਨੇ, ਅਸੀਂ ਚਾਹੁੰਦੇ ਡਾਲਰ ਪੈਸਾ ਤਾਂ ਸਾਡੇ ਕੋਲ ਆ ਜਾਵੇ ਲੇਕਿਨ ਕੰਮ ਸਾਨੂੰ ਨਾ ਕਰਨਾ ਪਵੇ। ਨਹੀਂ, ਇਹ ਗੜਬੜ ਹੈ। ਤਾਂ ਜਿਹੜੇ ਸਟ੍ਰੈਸ ਲਈ ਜਾਂਦੇ ਨੇ, ਹਾਏ ਕੰਮ ਤੇ ਜਾਣਾ ਪੈਣਾ, ਮੈਨੂੰ ਇੰਨਾ ਕੰਮ ਕਰਨਾ ਪੈਣਾ, ਤਾਂ ਉਹ ਫਿਰ ਹਾਰਟ ਡਿਜ਼ੀਜ਼ਜ਼ ਉਹਨਾਂ ਨੂੰ, ਜਿਹੜੇ ਦਿਲ ਦੇ ਰੋਗ ਉਹਨਾਂ ਨੂੰ ਜਿਹੜੇ ਛੇਤੀ ਲੱਗ ਸਕਦੇ ਨੇ। ਹੋਰ ਇਹਨਾਂ ਨੇ ਬਹੁਤ ਬੇਅੰਤ ਲੰਬੀਆਂ ਲਿਸਟਾਂ ਨੇ। ਸੋ ਲੂਇਸ ਹੀ ਨੇ ਵੀ ਇਮੋਸ਼ਨਸ ਦੇ ਉੱਤੇ ਬਹੁਤ ਕੰਮ ਕੀਤਾ ਤੇ ਉਹਨੇ ਤਾਂ ਪੂਰੇ ਵਰਲਡ ਨੂੰ ਇਹ ਚੀਜ਼ਾਂ ਦੱਸੀਆਂ ਨੇ। ਹੋਰ ਰਿਸਰਚਸ ਵੀ ਬਹੁਤ ਨੇ, ਤਾਂ ਥੋੜ੍ਹੀਆਂ ਜਿਹੀਆਂ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਾਂਗੀ। ਜਿੱਦਾਂ ਮਾਈਗ੍ਰੇਨ ਕਿਹਨਾਂ ਨੂੰ ਹੋ ਜਾਂਦਾ, ਕਹਿੰਦੇ ਮੈਨੂੰ ਮਾਈਗ੍ਰੇਨ ਮੇਰਾ ਹਟਦਾ ਹੀ ਨਹੀਂ, ਮੇਰਾ ਠੀਕ ਨਹੀਂ ਹੁੰਦਾ, ਮੈਂ ਦਵਾਈ ਵੀ ਖਾ ਰਹੀ ਹਾਂ, ਮੈਂ ਆਹ ਵੀ ਕਰ ਰਹੀ ਹਾਂ, ਪਰ ਉਹ ਜਦੋਂ ਤੁਸੀਂ ਬਹੁਤ ਸਾਰਾ ਗੁੱਸਾ ਅੰਦਰ ਸਪਰੈਸ ਕੀਤਾ ਹੁੰਦਾ ਤਾਂ ਫਿਰ ਉਹ ਬਾਡੀ ਦੇ ਉੱਤੇ ਤੁਹਾਡੇ ਇਫੈਕਟ ਹੋ ਰਿਹਾ। ਹੈਡ ਕਿਹਨਾਂ ਨੂੰ ਹੁੰਦੀ ਹੈ, ਜਿਹੜੇ ਲੈਟ ਗੋ ਨਹੀਂ ਕਰਦੇ, ਫੋਰਗਿਵ ਨਹੀਂ ਕਰਦੇ। ਥੋੜਾ ਬਹੁਤ ਹੋ ਜਾਣਾ ਅਲੱਗ ਚੀਜ਼ ਹੈ, ਲੰਬਾ ਹੈਡੇਕ ਜਿਹਨਾਂ ਨੂੰ ਰਹਿੰਦਾ ਲੰਬਾ ਟਾਈਮ। ਸਾਈਨਸ ਕਿਹਨਾਂ ਨੂੰ ਹੁੰਦਾ, ਜਦੋਂ ਤੁਸੀਂ ਫੀਲ ਕਰਦੇ ਹੋ ਵੀ ਜ਼ਿੰਦਗੀ ਵਿੱਚ ਕਿਸੇ ਤੋਂ ਇਰੀਟੇਟ ਹੋਈ ਜਾਂਦੇ ਹੋ, ਬਾਰ-ਬਾਰ ਇਰੀਟੇਟ ਹੋ ਰਹੇ ਹੋ, ਤਾਂ ਤੁਹਾਨੂੰ ਸਾਈਨਸ ਹੋ ਜਾਊਗਾ। ਨੈਕ ਐਂਡ ਥਰੋਟ ਦੀਆਂ ਪ੍ਰੋਬਲਮਸ ਕਿਹਨਾਂ ਨੂੰ ਆਉਂਦੀਆਂ, ਜਿਹੜੇ ਸਟੱਬਨ ਨੇਚਰ ਵਾਲੇ ਨੇ। ਇਹ ਅਸੀਂ ਹੁਣ ਨੋਟ ਕਰੀ ਜਾਣੀਆਂ ਚੀਜ਼ਾਂ, ਆਪਣੇ ਆਪ ਸੁਧਾਰ ਲੈ ਕੇ ਆਉਣਾ। ਜਿਹੜਾ ਕਹਿੰਦਾ ਮੈਂ ਹੀ ਠੀਕ ਆ ਔਰ ਦੂਸਰੇ ਦੇ ਵਿਚਾਰਾਂ ਨੂੰ ਅੰਡਰਸਟੈਂਡ ਨਹੀਂ ਕਰ ਪਾਉਂਦੇ। ਤੋ ਕੈਂਸਰ ਦੇ ਹੋਰ ਵੀ ਕਾਰਨ ਨੇ, ਪਰ ਇਹ ਵੀ ਨਾਲ ਜਿਹੜਾ ਕਾਰਨ ਹੈ ਡੀਪ ਹਰਟ, ਅੰਦਰ ਦੁਖੀ ਗਹਿਰਾ ਦੁੱਖ ਕਿਤੇ ਨਾ ਕਿਤੇ ਜਿਹੜਾ ਉਹ ਅੰਦਰ ਪਿਆ ਹੁੰਦਾ, ਜਿਹਦੇ ਕਾਰਨ ਕੈਂਸਰ ਜਿਹੜਾ ਆ ਕੇ ਘੇਰ ਲੈਂਦਾ। ਡਰ, ਰਿਜ਼ੈਂਟਮੈਂਟ ਵੀ ਹੁੰਦੀ ਕਿਤੇ ਨਾ ਕਿਤੇ। ਅਲਸਰ ਜਿਹੜਾ ਆ, ਇਹਦੇ ਵਿੱਚ ਜਦੋਂ ਬੰਦਾ ਕਹਿੰਦਾ ਮੈਂ ਨਹੀਂ ਚੰਗਾ, ਆਈ ਐਮ ਨਾਟ ਗੁੱਡ ਇਨਫ, ਤੇ ਉਦੋਂ ਇਹ ਹੋ ਸਕਦੀਆਂ ਨੇ ਚੀਜ਼ਾਂ। ਪੇਨ ਕਦੋਂ ਤੁਹਾਡੀ ਹੋਈ ਜਾ ਰਹੀ ਹੈ, ਡਾਕਟਰ ਨੂੰ ਦਿਖਾਉਂਦੇ ਹੋ ਤੇ ਉਹ ਤਾਂ ਕਹਿੰਦਾ ਵੀ ਤੁਹਾਡਾ ਸਾਰੇ ਟੈਸਟ ਠੀਕ ਨੇ, ਨਾਰਮਲ ਨੇ, ਲੇਕਿਨ ਪੇਨ ਤੁਹਾਡੀ ਹਟ ਨਹੀਂ ਰਹੀ ਬਾਡੀ ਦੇ ਵਿੱਚੋਂ, ਕਿਤੇ ਨਾ ਕਿਤੇ ਹੋ ਰਹੀ ਹੈ। ਤਾਂ ਇਹ ਇੰਡੀਕੇਟ ਕਰਦਾ ਗਿਲਟ ਨੂੰ, ਕਿ ਤੁਸੀਂ ਅੰਦਰ ਕੋਈ ਗਿਲਟ ਆਪਣੇ ਜਿਹੜਾ ਮਹਿਸੂਸ ਕਰੀ ਜਾ ਰਹੇ ਹੋ। ਔਰ ਫਿਰ ਜਿਹੜਾ ਬਾਡੀ ਫਿਰ ਕੀ ਕਰਦੀ, ਉਹ ਪਨਿਸ਼ਮੈਂਟ ਸੀਕ ਕਰਦੀ ਆ ਉਹ ਗਿਲਟ ਵਿੱਚੋਂ ਬਾਹਰ ਨਿਕਲਣ ਦੇ ਲਈ, ਇਹ ਰਿਸਰਚਰਸ ਕਹਿ ਰਹੀਆਂ ਨੇ। ਤੇ ਸਵੈਲਿੰਗ, ਬਲੇਮਿੰਗ, ਜਿਹੜਾ ਬਲੇਮ ਕਰਦਾ ਦੂਸਰੇ ਨੂੰ ਜ਼ਿਆਦਾ, ਉਹਨੂੰ ਸਵੈਲਿੰਗ ਹੋਣ ਲੱਗ ਜਾਂਦੀ ਬਾਡੀ ਦੇ ਉੱਤੇ। ਐਡਿਕਸ਼ਨ ਜਦੋਂ ਹੋ ਜਾਂਦੀ ਹੈ ਕਿ ਨਾਟ ਨੋਇੰਗ ਹਾਊ ਟੂ ਲਵ ਦ ਸੈਲਫ, ਆਪਣੇ ਆਪ ਨੂੰ ਨਹੀਂ ਪ੍ਰੇਮ ਜਿਨ੍ਹਾਂ ਨੂੰ ਕਰਨਾ ਆਉਂਦਾ ਹੁੰਦਾ, ਸੋ ਉਹਨਾਂ ਨੂੰ ਐਡਿਕਸ਼ਨ ਹੋ ਜਾਂਦੀ। ਜ਼ਰੂਰੀ ਨਹੀਂ ਐਲਕੋਹਲ ਜਾਂ ਸਿਗਰਟ ਦੀ ਐਡਿਕਸ਼ਨ, ਚਾਹ ਦੀ, ਕੌਫੀ ਦੀ ਵੀ ਬੜੀ ਹੋਈ ਹੁੰਦੀ ਹੈ ਐਡਿਕਸ਼ਨ। ਜ਼ਿਆਦਾ ਮਿੱਠਾ ਖਾਣ ਦੀ ਵੀ ਹੋ ਜਾਂਦੀ ਐਡਿਕਸ਼ਨ, ਜ਼ਿਆਦਾ ਫਰਾਈਡ ਖਾਣ ਦੀ ਵੀ ਹੋ ਜਾਂਦੀ ਹੈ। ਇਹ ਐਡਿਕਸ਼ਨਸ ਨੇ ਸਾਰੀਆਂ। ਐਨੀਮੀਆ, ਲੈਕ ਆਫ ਜੋਏ, ਨਾਟ ਫੀਲਿੰਗ ਗੁੱਡ ਇਨਫ। ਸੋ ਕਨਸਟੀਪੇਸ਼ਨ, ਜਦੋਂ ਸਟਕ ਇਨ ਪਾਸਟ, ਔਰ ਰਿਫਿਊਜ਼ ਕਰ ਦਿੰਦੇ ਨੇ ਨਵੇਂ ਆਈਡੀਆਜ਼ ਨੂੰ, ਦੂਸਰੇ ਦੇ ਆਈਡੀਆਜ਼ ਨੂੰ, ਬਸ ਆਪਣੇ ਉਹਦੇ ਵਿੱਚ ਸਟਕ ਹੋਏ ਰਹਿੰਦੇ ਨੇ। ਡਿਪਰੈਸ਼ਨ, ਹੋਪਲੈਸਨੈਸ, ਬਹੁਤ ਸੰਗਤ ਜੀ ਬਹੁਤ ਲੰਬੀ ਲਿਸਟ ਹੈ, ਮੈਂ ਜਿਹੜੀਆਂ ਕਾਮਨ ਚੀਜ਼ਾਂ ਹੋਈ ਸ਼ੇਅਰ ਕਰ ਰਹੀ ਹਾਂ। ਡਾਇਬਟੀਜ਼, ਜਦੋਂ ਕਹਿੰਦੇ ਨੇ ਵੀ ਮੇਰੀ ਜ਼ਿੰਦਗੀ 'ਚ ਪਿਆਰ ਨਹੀਂ ਹੈਗਾ, ਮਤਲਬ ਖੁਦ ਹੀ ਨਹੀਂ ਫੀਲ ਕਰ ਰਹੇ, ਇਹ ਨਹੀਂ ਕਿ ਦੂਸਰੇ ਕਰ ਨਹੀਂ ਰਹੇ ਹੁੰਦੇ, ਆਪਣੇ ਆਪ ਹੀ ਉਹ ਆਪਣੀ ਨੈਗੇਟਿਵਿਟੀ ਵਿੱਚ ਸਟਿਕ ਹੋ ਜਾਂਦੇ ਨੇ। ਪਰ ਨਾਲ ਇਹਦਾ ਮਤਲਬ ਇਹ ਨਹੀਂ ਕਿ ਉਹ ਡਾਈਟ ਵੀ ਅਸਰ ਕਰਦੀ ਆ, ਜ਼ਿਆਦਾ ਮਿੱਠਾ ਖਾਈ ਜਾਣਾ, ਪਰ ਨਾਲ ਆ ਜਿਹੜੇ ਥੋਟਸ ਵੀ ਨੇ, ਸਾਡੇ ਇਮੋਸ਼ਨਸ ਵੀ ਇਫੈਕਟ ਕਰਦੇ ਨੇ। ਫਿਰ ਬੈਕ ਦੀਆਂ ਪ੍ਰੋਬਲਮਸ, ਅਪਰ ਬੈਕ, ਮਿਡਲ ਬੈਕ, ਲੋਅਰ ਬੈਕ, ਇਹਨਾਂ ਦੇ ਅਲੱਗ-ਅਲੱਗ ਇਹਨਾਂ ਨੇ ਦੱਸ ਦਿੱਤੇ। ਲੋਅਰ ਬੈਕ ਕਹਿੰਦੇ ਨੇ ਜਦੋਂ ਪੈਸੇ ਦਾ ਡਰ ਆ ਵੀ ਕਿੱਥੋਂ ਆਏਗਾ, ਲਾਸ ਨਾ ਹੋ ਜਾਵੇ, ਪਤਾ ਨਹੀਂ ਮੇਰੀ ਜੌਬ ਸਿਕਿਉਰ ਰਹੂਗੀ ਕਿ ਨਹੀਂ, ਇਹ ਸਾਰੀਆਂ ਗੱਲਾਂ ਜਿਹੜੀਆਂ। ਸੋ ਲੈਕ ਆਫ ਫਾਈਨੈਂਸ਼ੀਅਲ ਸਪੋਰਟ, ਇਹ ਜਿਹੜਾ ਬੈਕ ਪ੍ਰੋਬਲਮਸ ਆਉਂਦੀਆਂ ਨੇ। ਮਿਡਲ ਦੀਆਂ, ਜਦੋਂ ਪੁਰਾਣੀਆਂ ਗੱਲਾਂ ਵਿੱਚ ਹੀ ਸਟਕ ਹੋਏ ਆ ਜਾਂ ਗਿਲਟ ਫੀਲ ਕਰ ਰਿਹਾ। ਅਪਰ ਜਿਹੜਾ ਆ, ਇੱਥੇ ਉਹ ਫੀਲ ਕਰਦਾ ਆ ਕਿ ਮੈਨੂੰ ਜਿਹੜਾ ਪਿਆਰ ਨਹੀਂ ਕਿਸੇ ਨੂੰ ਐਕਸਪ੍ਰੈਸ ਨਹੀਂ ਕਰ ਰਿਹਾ, ਸ਼ੋ ਹੀ ਨਹੀਂ ਕਰ ਰਿਹਾ ਆਪਣਾ ਪਿਆਰ, ਔਰ ਦੂਸਰੇ ਤੋਂ ਵੀ ਉਹਨੂੰ ਲੱਗਦਾ ਵੀ ਕੋਈ ਮੈਨੂੰ ਕਰ ਨਹੀਂ ਰਿਹਾ। ਸੋ ਇਸ ਤਰ੍ਹਾਂ ਦੀਆਂ ਫੀਲਿੰਗਸ ਜਿਹੜੀਆਂ ਨੇ, ਇਮੋਸ਼ਨਸ ਜਿਹੜੇ ਨੇ, ਇਹ ਸਾਡੇ ਤੇ ਇੰਨਾ ਅਸਰ ਪਾਉਂਦੇ। ਕਈਆਂ ਨੂੰ ਤੁਸੀਂ ਕਹਿੰਦੇ ਨੇ ਉਹਦੇ
ਸਾਹ ਚੋਂ, ਮੂੰਹ ਚੋਂ ਸਮੈਲ ਆਉਂਦੀ ਰਹਿੰਦੀ ਆ, ਉਹ ਤਾਂ ਕਹਿੰਦਾ ਮੈਂ ਬਰੱਸ਼ ਵੀ ਕੀਤਾ 2-2 3-3 ਵਾਰ ਵੀ ਕਰਦਾ। ਉਹ ਕੀ ਹੁੰਦਾ ਐਂਗਰ, ਰਿਵੈਂਜਫੁਲ ਥਾਟਸ ਅੰਦਰ ਜਿਹੜੇ ਉਹਦੇ ਕਾਰਨ ਦੇਖੋ ਤੁਸੀਂ ਸਾਡੀ ਬੋਡੀ ਇੰਨਾ ਸਾਨੂੰ ਇੰਡੀਕੇਟ ਕਰ ਰਹੀ ਹੈ। ਕ੍ਰੈਂਪਸ ਪੈਣੇ, ਨਾੜਾਂ ਚੜ ਜਾਣੀਆਂ, ਇਹ ਜਦੋਂ ਟੈਨਸ਼ਨ ਲਈ ਜਾਣੀ ਹੈ, ਅੰਦਰ ਡਰ ਲਈ ਜਾਣਾ ਆ, ਸੋ ਹੋਲਡ ਕਰੀ ਜਾਣਾ ਕੁਛ ਨਾ ਕੁਛ। ਸੋ ਮੈਂ ਬਹੁਤ ਨਹੀਂ ਆਪਣਾ ਜ਼ਿਆਦਾ ਬਿਮਾਰੀਆਂ ਤੇ ਨਹੀਂ ਜਾਣਾ, ਪਰਪਸ ਦੱਸਣ ਦਾ ਸੀ ਅਸੀਂ ਆਪਣੇ ਇਮੋਸ਼ਨਸ ਦੇਖੀਏ, ਅਸੀਂ ਵੀ ਇਹਨਾਂ ਦੇ ਵਿੱਚ ਹੀ ਘਿਰੇ ਪਏ ਹਾਂ। ਤੋ ਕਾਰਨ ਆ ਜਿਹੜੀਆਂ ਸਾਨੂੰ ਬਿਮਾਰੀਆਂ ਆ ਜਾਂਦੀਆਂ ਨੇ। ਅਸੀਂ ਸੋਲੂਸ਼ਨ ਵੱਲ ਨੂੰ ਜਾਵਾਂਗੇ ਵੀ ਅਸੀਂ ਇਮੋਸ਼ਨਲੀ ਹੈਲਥੀ ਹੋ ਜਾਈਏ ਸਾਰੇ ਜਾਣੇ। ਪਹਿਲਾਂ ਤਾਂ ਮੁਸਕਰਾਉਂਦਿਆਂ ਬੈਠੋ ਨਾ, ਆਪਣੇ ਇਮੋਸ਼ਨ ਨੂੰ ਸੋਚ ਕੇ ਸੋਚੀ ਹਾਏ ਮੈਂ ਵੀ ਇੱਦਾਂ ਹੀ ਸੋਚਦਾ, ਮੈਂ ਵੀ ਇੱਦਾਂ ਹੀ ਸੋਚਦੀ। ਪਹਿਲਾਂ ਤਾਂ ਮੁਸਕਰਾਓ ਸਭ ਤੋਂ ਪਹਿਲਾਂ, ਇਹ ਹਰ ਚੀਜ਼ ਦਾ ਇਲਾਜ ਹੈ। ਤਾਂ ਇਹਦਾ ਇਲਾਜ ਤਾਂ ਸਾਡੇ ਹੱਥ ਵਿੱਚ ਹੀ ਹੈ, ਸਾਡੇ ਥਾਟਸ ਦੇ। ਇਮੋਸ਼ਨਸ ਕਿੱਥੋਂ ਪੈਦਾ ਹੁੰਦੇ ਨੇ? ਸਾਡੇ ਥਾਟਸ ਤੋਂ ਹੀ। ਪਹਿਲਾਂ ਥਾਟਸ ਅੰਦਰ ਜਨਰੇਟ ਅਸੀਂ ਕਰਦੇ ਹਾਂ, ਫਿਰ ਉਹ ਤੋਂ ਬਾਅਦ ਅਸੀਂ ਉਹਨੂੰ ਫੀਲ ਕਰਦੇ ਹਾਂ, ਫਿਰ ਉਹ ਇਮੋਸ਼ਨਸ ਦਾ ਰੂਪ ਲੈ ਲੈਂਦਾ, ਫਿਰ ਸਾਡਾ ਬਿਹੇਵੀਅਰ, ਸਾਡੇ ਐਕਸ਼ਨਸ ਜਿਹੜੇ ਨੇ ਹੋ ਜਾਂਦੇ ਨੇ, ਤੇ ਉਹ ਫਿਰ ਬਾਰ-ਬਾਰ ਉਹੀ ਅਸੀਂ ਰਿਪੀਟ ਕਰਦੇ ਹਾਂ। ਤਾਂ ਇਹਦੇ ਉੱਤੇ ਸੰਗਤ ਜੀ ਰਿਸਰਚ ਹੋਈ ਹੈ 2005 ਦੇ ਵਿੱਚ। ਇਹ ਰਿਸਰਚ ਹੈਗੀ ਹੈ ਨੈਚੁਰਲ ਸਾਇੰਸ ਫਾਊਂਡੇਸ਼ਨ ਦੀ। ਤੋ ਇਹ ਤਾਂ ਕਹਿੰਦੇ ਨੇ 70,000 2005 ਦੇ ਵਿੱਚ ਇਹਨਾਂ ਦੱਸਿਆ ਸੀ ਕਿ 70,000 ਥਾਟਸ ਜਿਹੜੇ ਅਸੀਂ ਲੈਂਦੇ ਹਾਂ ਇੱਕ ਦਿਨ ਦੇ ਵਿੱਚ। ਹੁਣ ਉਹ 70,000 ਥਾਟਸ ਜਿਹੜੇ ਨੇ, ਇਹਦੇ ਵਿੱਚੋਂ ਕਹਿੰਦੇ ਨੇ 90% ਜਿਹੜੇ ਥਾਟਸ ਸਾਡੇ ਚੱਲ ਰਹੇ ਨੇ ਐਵਰੇਜ ਸਾਰੇ ਲੋਕਾਂ ਦੇ, 90% ਜਿਹੜੇ ਨੇ ਉਹ ਔਰ 95% ਲੋਕਾਂ ਦੇ ਨਾਲ ਇਹ ਵੀ ਕਿਹਾ 90 ਤੋਂ 95 90 to 95% ਲੋਕਾਂ ਦੇ ਜਿਹੜੇ ਵਿਚਾਰ ਨੇ ਉਹਦੇ ਵਿੱਚੋਂ 90% ਨੈਗੇਟਿਵ, ਵੇਸਟ, ਪਰਪਸਲੈਸ, ਔਰ ਉਹੀ ਰਿਪੀਟ ਕਰੀ ਜਾਂਦੇ। ਫਿਰ ਉਹ ਕਹਿੰਦੇ ਕਮਾਲ ਇਹ ਹੈ ਕਿ ਨੈਕਸਟ ਡੇ ਵੀ 95% ਉਹੀ ਤੁਸੀਂ ਰਿਪੀਟ ਕਰ ਰਹੇ ਹੋ। ਸੋ ਅਗਰ ਸਾਡੇ 90 ਤੋਂ 95% ਥਾਟਸ ਜਿਹੜੇ ਨੇ ਨੈਗੇਟਿਵ ਨੇ, ਵੇਸਟ ਨੇ, ਪਰਪਸਲੈਸ ਨੇ, ਤਾਂ ਫਿਰ ਨਾਲ ਇਹਨਾਂ ਨੇ ਬਹੁਤ ਇੱਕ ਸੁੰਦਰ ਗੱਲ ਸਾਨੂੰ ਕਹੀ। ਇਹ ਕਹਿੰਦੇ ਨੇ the quality of our existence on earth ਇਹ ਹੈ, ਸਾਡੀ ਐਗਜ਼ਿਸਟੈਂਸ ਦੀ ਕੁਆਲਿਟੀ ਇਹ ਹੈ ਵੀ ਨੈਗੇਟਿਵ। ਇਹ ਸਾਨੂੰ ਚੈਲੰਜ ਕੀਤਾ, ਸਾਨੂੰ ਦੱਸ ਰਹੇ ਨੇ ਇਹ ਰਿਸਰਚਸ ਕਰਕੇ ਸਾਡੇ ਮਨ ਦੇ ਉੱਤੇ ਵੀ ਕੀ ਸਾਡੀ ਇਹ ਕੁਆਲਿਟੀ ਆ ਸਾਡੀ ਐਗਜ਼ਿਸਟੈਂਸ ਦੀ, ਵੇਸਟ ਨੈਗੇਟਿਵ ਸੋਚੀ ਜਾਈਏ, ਅਸੀਂ ਪਰਪਸਲੈਸ ਅਸੀਂ ਸੋਚੀ ਜਾਈਏ, ਉਹੀ ਰਿਪੀਟ ਕਰੀ ਜਾਈਏ ਬਾਰ-ਬਾਰ ਗੱਲਾਂ। ਇਹ ਕਹਿੰਦੇ ਸਾਡੀ ਐਗਜ਼ਿਸਟੈਂਸ ਆ, ਇਹ ਕੁਆਲਿਟੀ ਆ ਸਾਡੀ। ਇਹ ਅਸੀਂ ਆਪਣੇ ਆਪ ਨੂੰ ਕੁਐਸਚਨ ਕਰੀਏ ਸਾਰੇ ਜਾਣੇ। ਇੱਕ ਟਾਈਮ ਸੀ ਜਦੋਂ ਜਿਹੜਾ ਰਿਸਰਚਸ ਕੀਤੀਆਂ ਜਾਂਦੀਆਂ ਸਨ ਬਹੁਤ ਮੋਟੇ ਤੌਰ ਦੇ ਉੱਤੇ ਸਾਡੀ ਜੀ ਕਰਕੇ। ਹੁਣ ਜਿਹੜੀਆਂ ਰਿਸਰਚਸ ਇਸ ਲੈਵਲ ਦੇ ਉੱਤੇ ਆ ਗਈਆਂ, ਇਹੋ ਜਿਹੀਆਂ ਮਸ਼ੀਨਾਂ ਆ ਗਈਆਂ ਨੇ, ਉਹ ਕੀ ਕਰਦੀਆਂ ਨੇ ਕਿ ਤੁਹਾਨੂੰ ਬਿਨਾਂ ਟੱਚ ਕੀਤੇ ਤੁਹਾਡੇ ਥਾਟਸ ਦੀਆਂ ਵਾਈਬ੍ਰੇਸ਼ਨਸ ਤੋਂ ਹੀ ਤੁਹਾਡੀ ਜਿਹੜੀ ਉਹ ਅੰਦਰਲੀ ਤੁਹਾਡੇ ਥਾਟਸ ਦੀ ਕੁਆਲਿਟੀ ਨੂੰ ਦੱਸ ਰਹੀਆਂ ਨੇ ਕਿ ਤੁਸੀਂ ਨੈਗੇਟਿਵ ਹੋ ਜਾਂ ਪੋਜ਼ਿਟਿਵ ਹੋ। ਔਰ ਕਿੰਨਾ ਤੁਹਾਡੀ ਪਹਿਲਾਂ ਤਾਂ ਕੱਲੀਆਂ ਬ੍ਰੇਨ ਵੇਵਸ ਹੀ ਦੱਸੀਆਂ ਜਾਂਦੀਆਂ ਸੀ ਨਾ, ਹੁਣ ਤਾਂ ਉਹ ਬ੍ਰੇਨ ਵੇਵਸ ਤੋਂ ਅੱਗੇ ਵੀ ਪਹੁੰਚ ਗਏ ਨੇ ਵੀ ਤੁਹਾਡੀ ਕਿਹੜਾ ਥਾਟਸ ਜਿਹੜਾ ਤੁਹਾਡਾ ਕਿਸ ਟਾਈਪ ਦਾ ਤੁਹਾਡੇ ਅੰਦਰ ਚੱਲ ਰਿਹਾ। ਅੱਗੇ ਤਾਂ ਸਿਰਫ ਸਪੀਡ ਦੱਸੀ ਜਾਂਦੀ ਸੀ ਵੀ ਤੇ ਇੰਨੀ ਸਪੀਡ ਚੱਲ ਰਹੀ ਆ, ਤੁਹਾਨੂੰ 1 ਮਿੰਟ 'ਚ ਇੰਨੇ ਥਾਟਸ ਆ ਰਹੇ ਨੇ। ਹੁਣ ਇਹ ਤਾਂ ਦੱਸਣ ਲੱਗ ਕਿਸ ਟਾਈਪ ਦੇ ਥਾਟਸ ਆ ਰਹੇ ਨੇ। ਇੱਥੋਂ ਤੱਕ ਹੁਣ ਇਹ ਜਿਹੜੀਆਂ ਮਸ਼ੀਨਾਂ ਜਿਹੜੀਆਂ ਸਾਇੰਸ ਨੇ ਸਾਨੂੰ ਦੇ ਦਿੱਤੀਆਂ ਨੇ ਸੰਗਤ ਜੀ। ਸੋ ਉੱਤੇ EEG ਤਾਂ ਸਾਡੀ ਕਰਦੀ ਸੀ, ਬ੍ਰੇਨ ਦੀਆਂ ਵੇਵਸ ਦੱਸਦੀ ਸੀ ਨਾ। ਇਹ ਮਸ਼ੀਨ ਦਾ ਨਾਮ ਹੈਗਾ ਮੈਗਨੈਟੋ ਐਨਕੈਫਲੋਗ੍ਰਾਮ। ਆ ਜਿਹੜੀ ਮਸ਼ੀਨ ਹੈ ਇਹ ਬਿਨਾਂ ਟੱਚ ਕੀਤੇ ਤੁਹਾਡੀਆਂ ਜਿਹੜੇ ਥਾਟਸ ਦੇ ਵੇਵਸ ਤੋਂ ਹੀ ਤੁਹਾਨੂੰ ਦੱਸ ਦਿੰਦੇ ਨੇ ਵੀ ਤੁਹਾਡੇ ਕਿਹੋ ਜਿਹੀ ਕੁਆਲਿਟੀ ਦੇ ਥਾਟਸ ਚੱਲ ਰਹੇ ਨੇ। ਇੱਥੋਂ ਤੱਕ ਸਾਡੇ ਮਨ ਦੇ ਉੱਤੇ ਕੰਮ ਕਰਨਾ ਪੈ ਗਿਆ ਕਿਉਂਕਿ ਅੱਜ ਮੈਂਟਲ ਹੈਲਥ ਦੇ ਬਹੁਤ ਇਸ਼ੂਜ਼ ਚੱਲ ਰਹੇ ਨੇ ਪੂਰੇ ਵਰਲਡ ਦੇ ਵਿੱਚ। ਇੱਕ ਵੱਡਾ ਚੈਲੰਜ ਆ ਸਾਡੇ ਸਾਰਿਆਂ ਦੇ ਲਈ। ਸੋ ਅਸੀਂ ਸਾਰੇ ਜਾਣੇ ਖੁਸ਼ ਰਹਿਣਾ ਚਾਹੁੰਦੇ ਹਾਂ, ਚੜ੍ਹਦੀਆਂ ਕਲਾਂ ਵਿੱਚ ਰਹਿਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਸਾਡੇ ਰਿਲੇਸ਼ਨ ਵੀ ਅੱਛੇ ਹੋਣ, ਕੋਈ ਜ਼ਿੰਦਗੀ ਵਿੱਚ ਚੈਲੰਜ ਆਵੇ ਉਹਨੂੰ ਵੀ ਅਸੀਂ ਡੀਲ ਕਰ ਪਾਈਏ। ਇਹ ਤਾਂ ਆਣਾ ਹੀ ਆ, ਸੰਸਾਰ ਵਿੱਚ ਅਸੀਂ ਆਏ ਹਾਂ ਤਾਂ, ਹੈ ਨਾ। ਤਾਂ ਅਸੀਂ ਬਹੁਤੀ ਵਾਰ ਅਸੀਂ ਚਾਹੁੰਦੇ ਹਾਂ ਦੂਸਰੇ ਬਦਲ ਜਾਣ, ਸੰਸਾਰ ਬਦਲ ਜਾਵੇ, ਸੋਸਾਇਟੀ ਬਦਲ ਜਾਵੇ, ਐਨਵਾਇਰਨਮੈਂਟ ਬਦਲ ਜਾਵੇ। ਇਸ ਤਰ੍ਹਾਂ ਨਹੀਂ ਹੋਣਾ ਸੰਗਤ ਜੀ। ਅਸੀਂ ਕਿਸੇ ਨੂੰ ਨਹੀਂ ਬਦਲ ਸਕਦੇ। ਅਗਰ ਬਦਲ ਸਕਦੇ ਹਾਂ ਤਾਂ ਸਿਰਫ ਆਪਣੇ ਆਪ ਨੂੰ ਹੀ। ਸੋ ਸਾਡੇ ਕੋਲ ਇਨਰ ਸਟਰੈਂਥ ਹੈ, ਸਾਡੇ ਸਾਰਿਆਂ ਕੋਲ ਮਨ ਦੀ ਸ਼ਕਤੀ ਹੈ, ਉਹਦੇ ਉੱਤੇ ਅਸੀਂ ਅੱਜ ਸਾਰਿਆਂ ਨੇ ਕੰਮ ਕਰਨਾ।
ਸੋ ਜਿਹੜੇ ਸਟੈਪਸ ਇਹਨਾਂ ਨੇ ਦੱਸੇ ਨੇ ਹੁਣ ਉਹਦੇ ਤੇ ਅਸੀਂ ਕੰਮ ਕਰੀਏ। ਵੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਮੈਡੀਟੇਸ਼ਨ। ਅੱਜ ਦੀ ਵੈਸਟਰਨ ਸਾਇੰਸ ਵੀ ਮੈਡੀਟੇਸ਼ਨ ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਹੈ। ਇਹ ਕਹਿੰਦੇ ਨੇ ਮੈਡੀਟੇਸ਼ਨ ਕਰੋ। ਔਰ ਆ ਜਿਹੜੀ ਇਹੀ ਮਸ਼ੀਨ ਜਿਹੜੀ ਆ ਮੈਗਨੇਟੋ ਐਨਕੈਫਲੋਗ੍ਰਾਮ ਮਸ਼ੀਨ ਆ, ਇਹਨੇ ਵੀ ਦੱਸਿਆ ਕਿ ਪਹਿਲਾਂ ਜਿਹੜੀਆਂ ਉਹਦੀਆਂ ਲਈਆਂ ਵਾਈਬ੍ਰੇਸ਼ਨਸ ਤਾਂ ਉਹ ਦੱਸਿਆ ਖਿੰਡਿਆ ਪੁੰਡਿਆ ਇਹਦਾ ਮਨ ਬੰਦੇ ਦਾਮ। ਫਿਰ 20 ਮਿੰਟ ਦੀ ਮੈਡੀਟੇਸ਼ਨ ਤੋਂ ਬਾਅਦ ਦੱਸਿਆ ਕਿ ਬ੍ਰੇਨ ਦੇ ਜਿਹੜੇ ਦੋਨੋਂ ਹੈਮਿਸਫੀਅਰ ਲੈਫਟ ਐਂਡ ਰਾਈਟ ਦੋਨੋਂ ਹੈਮਿਸਫੀਅਰ ਜਿਹੜੇ ਉਹ ਬੈਲੈਂਸ ਵਿੱਚ ਆ ਗਏ। ਫਿਰ 20 ਮਿੰਟ ਦੀ ਹੋਰ ਅੱਗਿਓਂ ਕਰਾਈ, ਉਹ ਹੋਰ ਦੱਸਿਆ ਉਹਦੀ ਕੁਆਲਿਟੀ ਹੋਰ ਚੇਂਜ ਹੋਈ ਗਈ। ਫਿਰ ਥਾਟਸ ਦੀ ਸਪੀਡ ਹੀ ਜਿਹੜੀ ਹੈ ਇੰਨੀ ਜ਼ਿਆਦਾ ਸਲੋ ਹੋ ਗਈ ਕਿ ਫਿਰ ਉਹਦੇ ਵਿੱਚ ਉਹਨੂੰ ਆਪਣੇ ਥਾਟਸ ਵੀ ਕਲੀਅਰ ਨਜ਼ਰ ਆਉਣ ਲੱਗ ਗਿਆ ਵੀ ਨੈਗੇਟਿਵ ਚੱਲ ਰਹੇ ਨੇ ਕਿ ਪੋਜ਼ਿਟਿਵ ਚੱਲ ਰਹੇ ਨੇ। ਫਿਰ ਹੋਰ ਮੈਡੀਟੇਸ਼ਨ ਕਰਾਉਣ ਤੋਂ ਬਾਅਦ ਉਹਨੂੰ ਡੀਲ ਕਰਨਾ ਵੀ ਆ ਗਿਆ। ਤਾਂ ਇਹਦਾ ਮਤਲਬ ਸਾਰੀ ਕਲਾ ਤਾਂ ਜਿਹੜੀ ਮੈਡੀਟੇਸ਼ਨ ਦੇ ਵਿੱਚ ਛੁਪੀ ਹੋਈ ਹੈ, ਜਿਹਦੇ ਲਈ ਅਸੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ, ਹੋਰ ਸਾਰੇ ਕੰਮਾਂ ਲਈ ਟਾਈਮ ਹੈ ਸਾਡੇ ਕੋਲ, ਹੈ ਨਾ। ਸੋ ਇਹ ਕੁਆਲਿਟੀ ਨਾਟ ਕੁਆਂਟੀਟੀ, ਕੁਆਲਿਟੀ ਆਫ ਮੈਡੀਟੇਸ਼ਨ, ਕੁਆਲਿਟੀ ਦੀ ਮੈਡੀਟੇਸ਼ਨ, ਤਾਂ ਕਿ ਸਾਡੀ ਇਕਾਗਰਤਾ ਬਣ ਪਾਵੇ, ਅਸੀਂ ਆਪਣੇ ਸੈਲਫ ਤੱਕ ਪਹੁੰਚ ਪਾਈਏ। ਸੋ ਉਹ ਕਹਿੰਦੇ ਨੇ ਮੈਡੀਟੇਸ਼ਨ ਵਿੱਚ ਵਿਚਾਰਾਂ ਦੀ ਸਪੀਡ ਜਿਹੜੀ, ਥਾਟਸ ਦੀ ਸਪੀਡ ਜਿਹੜੀ ਸਲੋ ਹੁੰਦੀ ਹੈ। ਔਰ ਤੁਸੀਂ ਡੇਲੀ ਰੈਗੂਲਰ ਕਰਦੇ ਹੋ ਤਾਂ ਤੁਸੀਂ ਕਿਉਂਕਿ ਹਾਇਰ ਸੈਲਫ ਦੇ ਨਾਲ ਕਨੈਕਟ ਹੋਈ ਜਾਂਦੇ ਹੋ ਤਾਂ ਤੁਹਾਡੇ ਪੋਜ਼ਿਟਿਵ ਥਾਟਸ ਹੀ ਚੱਲਣਗੇ, ਪੋਜ਼ਿਟਿਵ ਤੋਂ ਵੀ ਉੱਤੇ ਤੁਹਾਡੇ ਐਲੀਵੇਟਡ ਥਾਟਸ ਹੀ ਚੱਲਣਗੇ। ਤਾਂ ਬਾਰ-ਬਾਰ ਮੈਡੀਟੇਸ਼ਨ ਕਰਨ ਲਈ ਕਿਹਾ। ਹੋਰ ਜਿਹੜਾ ਦੱਸ ਰਹੇ ਨੇ ਸੰਗਤ ਜੀ, ਉਹ ਕਹਿੰਦੇ ਨੇ ਸਟੇ ਕਨੈਕਟਡ ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਦੇ ਨਾਲ, ਤਾਂ ਕਿ ਤੁਸੀਂ ਆਪਣੇ ਮਨ ਦੀ ਕੋਈ ਅਗਰ ਬੋਝ ਲੱਗ ਰਿਹਾ ਤੁਸੀਂ ਸ਼ੇਅਰ ਕਰ ਪਾਓ। ਔਰ ਹਾਲ ਅਸੀਂ ਤਾਂ ਕੈਂਪ ਦੇ ਵਿੱਚ ਆਪ ਜੀ ਨੂੰ ਹਮੇਸ਼ਾ ਹੀ ਕਿਹਾ ਜਾਂਦਾ ਕਿ ਇੱਕ ਟਾਈਮ ਖਾਣਾ ਜਿਹੜਾ ਮਿਲ ਕੇ ਇਕੱਠੇ ਖਾਇਆ ਕਰੋ, ਸਾਰੇ ਜਣੇ ਫੈਮਿਲੀ ਮੈਂਬਰਸ, ਅਲੱਗ-ਅਲੱਗ ਨਾ ਖਾਇਆ ਕਰੋ, ਇਕੱਠੇ ਬੈਠ ਕੇ ਖਾਓ। ਉਹਦੇ ਵਿੱਚ ਕੋਈ ਸ਼ੇਅਰ ਕਰੋ, ਕੋਈ ਖੁਸ਼ੀ ਦੀ ਗੱਲ, ਕੋਈ ਅਗਰ ਤੁਹਾਡੇ 'ਚ ਪ੍ਰੈਸ਼ਰ ਹੈ ਮਾਈਂਡ ਦੇ ਉੱਤੇ ਉਹ ਸ਼ੇਅਰ ਕਰੋ, ਕਿਉਂਕਿ ਫੈਮਿਲੀ ਇਸੇ ਕਾਰਨ ਹੈ ਅਸੀਂ ਇੱਕ ਦੂਸਰੇ ਦਾ ਦੁੱਖ ਦੂਰ ਕਰੀਏ, ਪ੍ਰੈਸ਼ਰ ਦੂਰ ਕਰੀਏ, ਸਾਡਾ ਹੱਸਦਾ ਖੇਡਦਾ ਪਰਿਵਾਰ ਹੋਵੇ। ਤਾਂ ਉਹ ਰਿਸਰਚਸ ਵੀ ਇਹੀ ਕਹਿ ਰਹੀਆਂ ਨੇ ਤੁਸੀਂ ਫੈਮਿਲੀ ਫਰੈਂਡਸ ਨਾਲ ਕਨੈਕਟਡ ਰਹੋ ਤਾਂ ਕਿ ਤੁਸੀਂ ਅੰਦਰ ਨਾ ਕੁਛ ਦਬਾਇਆ ਹੋਵੇ, ਆਪਣਾ ਸ਼ੇਅਰ ਕਰ ਲਓ, ਤੁਸੀਂ ਲਾਈਟ ਹੋ ਜਾਓ। ਹਾਂ, ਉਹ ਤੁਹਾਨੂੰ ਕੋਈ ਸੋਲੂਸ਼ਨ ਵੀ ਦੱਸ ਸਕਦੇ ਨੇ ਨਾ ਕਿਵੇਂ ਡੀਲ ਕਰਨਾ ਹੈ। ਫਿਰ ਕਹਿੰਦੇ ਨੇ ਵੀ ਤੁਸੀਂ ਵਾਚ ਕਰੋ ਵੀ ਤੁਸੀਂ ਜਿਹੜਾ ਆਪਣੇ ਆਪ ਦੇ ਲਈ ਕੀ ਟਾਕ ਕਰਦੇ ਹੋ, ਸੈਲਫ ਟਾਕ ਦੇ ਵਿੱਚ ਆਪਣੇ ਆਪ ਲਈ ਕੀ ਸੋਚਦੇ ਹੋ ਤੁਸੀਂ। ਨੈਗੇਟਿਵ ਤਾਂ ਨਹੀਂ ਬੋਲਦੇ ਆਪਣੇ ਲਈ, ਮੈਂ ਨਹੀਂ ਚੰਗਾ, ਮੈਂ ਮਾੜਾ, ਜਾਂ ਕੋਈ ਗਿਲਟ, ਇਸ ਤਰ੍ਹਾਂ ਤਾਂ ਨਹੀਂ ਹੈਗਾ। ਅਗਰ ਕਹਿੰਦੇ ਇਸ ਤਰ੍ਹਾਂ ਹੈ ਤਾਂ ਤੁਸੀਂ ਉਹਨੂੰ ਚੈੱਕ ਕਰ ਲਿਆ, ਹੁਣ ਕੀ ਕਰਨਾ, ਚੇਂਜ ਕਰਨਾ। ਇਹਨਾਂ ਨੇ ਤਾਂ ਇੰਨਾ ਪਿਆਰਾ ਵਰਡ ਦਿੱਤਾ, ਉਹ ਕਹਿੰਦੇ ਚੈੱਕ, ਚੇਂਜ ਐਂਡ ਚੀਅਰ। ਚੈੱਕ ਕਰੋ, ਨੈਗੇਟਿਵ ਬੋਲ ਰਹੇ ਹੋ ਆਪਣੇ, ਨਹੀਂ ਪੋਜ਼ਿਟਿਵ ਬੋਲੋ, ਮੈਂ ਤਾਂ ਬਹੁਤ ਅੱਛਾ ਆ, ਮੇਰੇ 'ਚ ਬੜੀਆਂ ਕੁਆਲਿਟੀਜ਼ ਨੇ। ਸੋ ਉਹ ਕਹਿੰਦੇ ਕਿ ਜਿਵੇਂ ਦੋਸਤ ਕਿਸੇ ਦੋਸਤ ਨੂੰ ਉਹਦੀਆਂ ਕੁਆਲਿਟੀਜ਼ ਨੂੰ ਐਪਰੀਸ਼ੀਏਟ ਕਰਦਾ ਹੁੰਦਾ, ਜਾਂ ਮਾਂ ਆਪਣੇ ਬੱਚੇ ਦੇ ਗੁਣਾਂ ਨੂੰ ਐਪਰੀਸ਼ੀਏਟ ਕਰ ਰਹੀ ਹੁੰਦੀ ਹੈ, ਇਵੇਂ ਹੀ ਤੁਸੀਂ ਆਪਣੇ ਫਰੈਂਡ ਬਣੋ, ਆਪਣੀ ਹੀ ਮਾਂ ਖੁਦ ਬਣ ਕੇ ਆਪਣੇ ਆਪ ਨੂੰ ਐਪਰੀਸ਼ੀਏਟ ਕਰੋ, ਆਪਣੇ ਗੁਣਾਂ ਦਾ ਗਾਇਨ ਕਰੋ ਵੀ ਜਿਹੜੇ ਚੰਗੇ ਤੁਹਾਡੇ ਗੁਣ ਨੇ, ਨੈਗੇਟਿਵ ਨਾ ਬੋਲੋ ਆਪਣੇ ਬਾਰੇ। ਤਾਂ ਫਿਰ ਉਹ ਕਹਿੰਦੇ ਨੇ ਫਿਰ ਜਦੋਂ ਤੁਸੀਂ ਚੰਗੇ ਗੁਣਾਂ ਦੇ ਦੇਖਦੇ ਹੋ, ਆਪਣੇ ਆਪ ਨੂੰ ਐਪਰੀਸ਼ੀਏਟ ਕਰਦੇ ਹੋ, ਤਾਂ ਚੀਅਰ ਆਪੇ ਹੀ ਚੀਅਰਫੁਲ ਰਹਿਣ ਲੱਗ ਜਾਓਗੇ ਤੁਸੀਂ। ਸੋ ਇਹ ਬਾਰ-ਬਾਰ ਚੈੱਕ ਕਰੋ, ਤਾਂ ਕਹਿੰਦੇ ਬਾਰ-ਬਾਰ ਕਰਦੇ ਰਹੋ, ਤੁਸੀਂ ਸੈਲਫ ਟਾਕ ਕੀ ਕਰਦੇ ਹੋ ਆਪਣੇ ਆਪ ਲਈ, ਤੁਸੀਂ ਕੀ ਬੋਲਦੇ ਹੋ। ਕੌਨਸ਼ੀਅਸਲੀ ਡੇਲੀ ਤੁਸੀਂ ਚੈੱਕ ਕਰਦੇ ਰਹੋ ਔਰ ਚੇਂਜ ਕਰਦੇ ਰਹੋ। ਤੇ ਨਾਲ ਫਿਰ ਪੋਜ਼ਿਟਿਵ ਅਫਰਮੇਸ਼ਨਸ ਐਂਡ ਵਿਜ਼ੂਅਲਾਈਜੇਸ਼ਨ, ਇਹਦੇ ਉੱਤੇ ਅਸੀਂ ਪਹਿਲਾਂ ਵੀ ਵਿਚਾਰਾਂ ਕਰ ਚੁੱਕੇ ਹਾਂ ਕਿ ਚੰਗਾ ਹੀ ਚੰਗਾ ਬੋਲੋ ਹਰ ਵੇਲੇ ਕਿ ਮੇਰੀ ਜ਼ਿੰਦਗੀ ਬਹੁਤ ਵਧੀਆ ਆ, ਮੇਰੀ ਹੈਲਥ ਵੀ ਬਹੁਤ ਅੱਛੀ ਹੈ, ਮੇਰੇ ਰਿਲੇਸ਼ਨਸ ਵੀ ਬਹੁਤ ਅੱਛੇ ਨੇ। ਤੁਸੀਂ ਚੰਗਾ ਬੋਲਣ ਲੱਗ ਜੂਗੇ, ਹੋਣ ਲੱਗ ਜਾਏਗਾ ਚੰਗਾ, ਕਿਉਂਕਿ ਲੂਇਸ ਇਹ ਕਹਿੰਦੀ ਆ ਕਿ ਐਵਰੀ ਥਾਟ ਵੀ ਥਿੰਕ ਇਜ਼ ਕ੍ਰੀਏਟਿੰਗ ਆਵਰ ਫਿਊਚਰ, ਸਾਡਾ ਫਿਊਚਰ ਬਣ ਗਿਆ ਉਹਦੇ ਨਾਲ। ਬਹੁਤ ਸਾਰੇ ਵਿਦਵਾਨ ਕਹਿ ਰਹੇ ਨੇ, ਇਕੱਲਾ ਲੂਇਸ ਇਹ ਨਹੀਂ ਕਹਿ ਰਹੀ, ਪਰ ਇਹਨਾਂ ਦੀਆਂ ਬਹੁਤ ਗਹਿਰੀਆਂ ਰਿਸਰਚਸ ਨੇ, ਤਾਂ ਸਾਇੰਸ ਵੀ ਕਹਿ ਰਹੀ, ਅੱਜ ਦੇ ਵਿਦਵਾਨ ਵੀ ਕਹਿ ਰਹੇ ਨੇ ਵੀ ਤੁਹਾਡਾ ਇੱਕ ਇੱਕ ਥਾਟ ਜਿਹੜਾ ਹੈ ਉਹ ਸਾਡਾ ਜਿਹੜਾ এনवायरमेंट ਦੇ ਉੱਤੇ ਅਸਰ ਪਾਉਂਦਾ, ਯੂਨੀਵਰਸ ਦੇ ਨਾਲ ਪਹੁੰਚਦਾ ਔਰ ਯੂਨੀਵਰਸ ਵਿੱਚੋਂ ਉਹੀ ਅਟਰੈਕਟ ਕਰ ਰਿਹਾ। ਤੇ ਤੁਸੀਂ ਅਫਰਮੇਸ਼ਨ ਜਿਹੜੀਆਂ ਅੱਛੀਆਂ ਬੋਲੋ, ਸੋਹਣੀਆਂ ਸੋਹਣੀਆਂ ਬੋਲੋ, ਔਰ ਵਿਜ਼ੂਅਲਾਈਜ਼ ਵੀ ਅੱਛਾ ਅੱਛਾ ਕਰੋ ਆਪਣੇ ਜੀਵਨ ਨੂੰ, ਲਾਈਫ ਨੂੰ, ਤਾਂ ਕਿ ਤੁਸੀਂ ਉਹੀ ਅਟਰੈਕਟ ਕਰ ਪਾਓ। ਨਾਲੇ ਐਕਸਰਸਾਈਜ਼, ਯੋਗਾ, ਬਰੀਥਿੰਗ ਐਕਸਰਸਾਈਜ਼ਸ, ਕਿਉਂਕਿ ਇਹਦੇ ਨਾਲ ਸਟ੍ਰੈਸ ਰਿਲੀਜ਼ ਹੁੰਦਾ। ਉਦੋਂ ਤੁਸੀਂ ਜਿਹੜਾ ਇਮੋਸ਼ਨਲੀ ਵੀਕ ਹੋਏ ਹੁੰਦੇ ਹੋ, ਉਹਦੇ ਨਾਲ ਡਿਸਕਨੈਕਟ ਹੋ ਕੇ ਤੁਸੀਂ ਸੈਲਫ ਦੇ ਨਾਲ ਆਉਂਦੇ ਹੋ।
ਤੇ ਆਪਣੀ ਪਾਵਰ ਦੇ ਨਾਲ, ਆਪਣੀ ਸ਼ਕਤੀ ਨਾਲ ਜੁੜਦੇ ਹੋ, ਤੁਹਾਡਾ ਮੂਡ ਵੀ ਜਦੋਂ ਚੇਂਜ ਹੁੰਦਾ ਹੈ। ਤੇ ਫੋਰਗਿਵਨੈਸ, ਮਾਫ਼ ਕਰਨਾ, ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ, ਕਿਉਂਕਿ ਕਈ ਵਾਰ ਗਿਲਟ ਵਿੱਚੋਂ ਨਹੀਂ ਬੰਦਾ ਨਿਕਲ ਪਾਉਂਦਾ। ਅਸੀਂ ਗਲਤੀਆਂ ਤਾਂ ਕੀਤੀਆਂ ਹੁੰਦੀਆਂ, ਸਾਰੇ ਹੀ ਕਰਦੇ ਨੇ। ਇਸ ਕਰਕੇ ਗੁਰਬਾਣੀ ਨੇ ਸਾਨੂੰ ਸਮਝਾਇਆ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਰੇ ਭੁੱਲਾਂ ਕਰਦੇ ਨੇ, ਇੱਕ ਗੁਰੂ ਤੇ ਪਰਮਾਤਮਾ ਨਹੀਂ ਕਰਦੇ। ਸੋ ਫੋਰਗਿਵ ਕਰੋ ਆਪਣੇ ਆਪ ਨੂੰ, ਤੇ ਦੂਸਰਿਆਂ ਨੂੰ ਵੀ ਮਾਫ਼ ਕਰਨਾ ਸਿੱਖੋ। ਅਸੀਂ ਕਈ ਵਾਰ ਮਾਫ਼ ਹੀ ਨਹੀਂ ਕਰ ਪਾਉਂਦੇ, ਇਹ ਵੀ ਕਾਰਨ ਆ ਸਾਡੇ ਅੰਦਰ ਰੋਗ, ਨੈਗੇਟਿਵਿਟੀ ਵਿੱਚ ਅਸੀਂ ਸਟਕ ਹੋ ਜਾਂਦੇ ਹਾਂ। ਸੋ ਅੱਜ ਸੰਗਤ ਜੀ, ਅਸੀਂ ਆਪਣੇ ਆਪ ਨੂੰ ਵੀ ਫੋਰਗਿਵ ਕਰਨਾ ਔਰ ਦੂਸਰਿਆਂ ਨੂੰ ਵੀ ਕਰਨਾ ਆ। ਇਹ ਸਾਡਾ ਸੰਗਤ ਕਰਨ ਦਾ ਹੀ ਪਰਪਸ ਹੁੰਦਾ ਕਿ ਅਸੀਂ ਆਪਣੀ ਜਿਹੜਾ ਹੈ ਆਪਣੇ ਮਨ ਨੂੰ ਸ਼ੁੱਧ ਕਰੀ ਜਾਈਏ, ਪਿਓਰ ਕਰੀ ਜਾਈਏ। ਅਸੀਂ ਇੱਕ ਕੁਆਲਿਟੀ ਆਫ ਲਾਈਫ ਅਸੀਂ ਜੀ ਪਾਈਏ। ਇਸ ਸੰਸਾਰ ਵਿੱਚ ਸਾਨੂੰ ਭੇਜਿਆ ਗਿਆ। ਸੋ ਇਹ ਨਾ ਹੋਵੇ ਆਪਣੇ ਮਨ ਨਾਲ ਹੀ ਅਸੀਂ ਉਲਝੇ ਰਹੀਏ ਹਰ ਵੇਲੇ, ਨਹੀਂ, ਚੜ੍ਹਦੀਆਂ ਕਲਾਂ ਵਿੱਚ ਰਹਿਣਾ। ਤੇ ਉਹ ਮਾਫ਼ ਕਰਨਾ ਆਪਣੇ ਆਪ ਨੂੰ ਵੀ, ਦੂਸਰਿਆਂ ਨੂੰ ਵੀ, ਔਰ ਗ੍ਰੈਟੀਟਿਊਡ, ਸ਼ੁਕਰਾਨਾ। ਇਹਦੇ ਵਿੱਚ ਤਾਂ ਇੰਨੀਆਂ ਯੂਨੀਵਰਸਿਟੀਜ਼ ਨੇ, ਇੰਨੇ ਵਿਦਵਾਨਾਂ ਨੇ ਰਿਸਰਚਸ ਕਰ ਦਿੱਤੀਆਂ ਫੋਰਗਿਵਨੈਸ ਦੇ ਵੀ ਔਰ ਇਹਦੇ ਗ੍ਰੈਟੀਟਿਊਡ ਦੇ ਉੱਤੇ ਵੀ, ਕਿ ਜਦੋਂ ਤੁਸੀਂ ਸ਼ੁਕਰਾਨੇ ਦੇ ਭਾਵ ਵਿੱਚ ਰਹਿਣ ਲੱਗ ਗਏ, ਤੁਹਾਨੂੰ ਕੋਈ ਦੁਖੀ ਨਹੀਂ ਕਰ ਸਕਦਾ। ਨੋਟ ਕਰੋ, ਦੁਖੀ ਕਦੋਂ? ਜਦੋਂ ਕੰਪਲੇਂਟਸ ਚੱਲ ਰਹੀਆਂ ਨੇ ਅੰਦਰ, ਨੈਗੇਟਿਵਿਟੀ। ਉਹੀ ਸ਼ੁਕਰਾਨੇ ਵਾਲਾ ਤਾਂ ਚੜ੍ਹਦੀਆਂ ਕਲਾਂ ਵਿੱਚ ਰਹੇਗਾ ਨਾ। ਸੋ ਆਪ ਜੀ ਨੂੰ ਮੈਂ ਅੱਗੇ ਵੀ ਕਿਹਾ ਸੀ, ਤੁਸੀਂ ਲਿਖਣਾ ਸ਼ੁਰੂ ਕਰ ਦਿਓ। ਅਗਰ ਨਹੀਂ ਤੁਸੀਂ ਇਮੋਸ਼ਨਲੀ ਨਹੀਂ ਨਿਕਲ ਪਾਉਂਦੇ, ਨੈਗੇਟਿਵ ਰਹਿੰਦੇ ਹੋ, ਫਿਰ ਸ਼ੁਕਰਾਨੇ ਡੇਲੀ ਲਿਖਣ ਲੱਗ ਜਾਓ। ਉਹਦੇ ਨਾਲ ਦੇਖੋ ਤੁਹਾਡਾ ਕਿਵੇਂ ਮੂਡ ਚੇਂਜ ਹੁੰਦਾ, ਸੁਭਾਅ ਚੇਂਜ ਹੁੰਦਾ, ਲਾਈਫ ਚੇਂਜ ਹੁੰਦੀ ਹੈ। ਅਗਲਾ ਸਟੈਪ ਇਹਨਾਂ ਨੇ ਕਿਹਾ, ਫਾਈਂਡ ਮੀਨਿੰਗ ਇਨ ਯੋਰ ਲਾਈਫ। ਮੀਨਿੰਗ ਲੱਭੋ ਆਪਣੀ ਲਾਈਫ ਦਾ। ਮੰਨ ਲਓ ਨਹੀਂ ਲੱਭ ਰਿਹਾ, ਅਸੀਂ ਤਾਂ ਇੰਨੇ ਨੈਗੇਟਿਵ ਹੋ ਚੁੱਕੇ, ਸਾਨੂੰ ਤਾਂ ਲੱਭ ਹੀ ਨਹੀਂ ਰਿਹਾ। ਫਿਰ ਕਿਤੇ ਨਾ ਕਿਤੇ ਵੋਲੰਟੀਅਰ ਵਰਕ ਕਰਨਾ ਸ਼ੁਰੂ ਕਰੋ, ਸੇਵਾ ਕਰੋ ਕਿਤੇ ਨਾ ਕਿਤੇ ਜਾ ਕੇ, ਤਾਂ ਕਿ ਕੁਝ ਤੁਸੀਂ ਆਪਣਾ ਕੰਟਰੀਬਿਊਟ ਕਰੋ ਇਸ ਸੋਸਾਇਟੀ ਲਈ, ਸਮਾਜ ਲਈ। ਇਹ ਕਰੋ, ਇਹ ਜ਼ਰੂਰੀ ਹੈ। ਉਹਦੇ ਨਾਲ ਵੀ ਦੇਖੋ ਤੁਸੀਂ ਕੀ ਹੁੰਦਾ। ਇਹਨੂੰ ਹੁਣ ਅਸੀਂ ਅਧਿਆਤਮਿਕ ਤੌਰ ਤੇ ਸਮਝੀਏ ਵੀ ਜਦੋਂ ਅਸੀਂ ਕੁਛ ਦਿੰਦੇ ਹਾਂ, ਅੱਛਾ ਦਿੰਦੇ ਹਾਂ, ਤਾਂ ਸਾਡੇ ਕੋਲ ਅੱਛਾ ਹੀ ਆਏਗਾ। ਸਾਡੇ ਕੋਲ ਸੇਵਾ ਕਰਦੇ ਹੋ, ਕੁਝ ਅੱਛਾ ਕਰ ਰਹੇ ਹੋ, ਵਾਪਸ ਅੱਛਾ ਆਏਗਾ, ਜੀਵਨ ਅੱਛਾ ਹੋ ਹੀ ਜਾਏਗਾ। ਲਰਨ ਫਰੋਮ ਮਿਸਟੇਕਸ। ਗਲਤੀਆਂ ਸਾਰਿਆਂ ਕੋਲ ਹੋ ਜਾਂਦੀਆਂ ਨੇ, ਸਾਡੇ ਕੋਲੋਂ ਵੀ ਹੋਈਆਂ ਨੇ। ਤਾਂ ਆਪਣੀਆਂ ਗਲਤੀਆਂ ਤੋਂ ਸਿੱਖਣਾ ਆ, ਨਾ ਕਿ ਉਹਦੇ ਗਿਲਟ ਵਿੱਚ ਜਾਈ ਜਾਣਾ। ਸੋ ਉਦੋਂ ਤੋਂ ਸਿੱਖਿਆ ਲਓ, ਅੱਗੇ ਨਿਕਲੋ, ਫਸੇ ਨਹੀਂ ਰਹਿਣਾ ਉਹਦੇ ਵਿੱਚ। ਤਾਂ ਔਰ ਉਹਨਾਂ ਗਲਤੀਆਂ ਤੋਂ ਵੀ ਸਿੱਖੋ ਜਦੋਂ ਗੁੱਸੇ ਵਿੱਚ ਆ ਕੇ ਰੋਂਗ ਐਕਸ਼ਨਸ ਲਏ ਸੀ। ਗੁੱਸਾ ਚੜਿਆ ਸੀਗਾ ਨਾ, ਤਾਂ ਕਿੰਨਾ ਅਸੀਂ ਗਲਤ ਬਿਹੇਵੀਅਰ ਸਾਡਾ ਗਲਤ ਹੋ ਗਿਆ, ਐਕਸ਼ਨਸ ਅਸੀਂ ਗਲਤ ਲੈ ਲਏ। ਉਹਨਾਂ ਤੋਂ ਸਿੱਖੋ ਕਿ ਅੱਗੇ ਤੋਂ ਨਹੀਂ ਇਸ ਤਰ੍ਹਾਂ ਕਰਨਾ। ਅਗਰ ਤੁਸੀਂ ਸਿੱਖਣ ਲੱਗ ਗਏ, ਫਿਰ ਤੁਹਾਡਾ ਜਿਹੜੇ ਇਮੋਸ਼ਨਸ ਵੀ ਅੱਛੇ ਹੋਣ ਲੱਗ ਜਾਣਗੇ, ਤੁਹਾਡੇ ਐਕਸ਼ਨਸ ਬੁਰੇ ਨਹੀਂ ਹੋ ਪਾਣਗੇ। ਕਲਟੀਵੇਟ ਕਾਈਂਡਨੈਸ। ਆਪਣੇ ਅੰਦਰ ਦਿਆਲਤਾ ਰੱਖੋ, ਔਰ ਇਤਨੀ ਦਿਆਲਤਾ ਰੱਖੋ, ਦੂਸਰੇ ਦੇ ਵੀ ਇਮੋਸ਼ਨਸ ਨੂੰ ਸਮਝੋ। ਆਪਣੇ ਇਮੋਸ਼ਨਸ ਤਾਂ ਅਸੀਂ ਚਾਹੁੰਦੇ ਹਾਂ ਵੀ ਦੂਸਰੇ ਨੂੰ ਸਮਝਣ, ਅੰਡਰਸਟੈਂਡ ਕਰਨ, ਮੈਨੂੰ ਕੋਈ ਇਮੋਸ਼ਨਲੀ ਤੰਗ ਨਾ ਕਰੇ, ਹਨਾ, ਦੁਖੀ ਨਾ ਕਰੇ। ਲੇਕਿਨ ਦੂਸਰਿਆਂ ਨੂੰ ਅਸੀਂ ਕਿੰਨਾ ਇਮੋਸ਼ਨਲੀ ਦੁਖੀ ਕਰ ਦਿੰਦੇ ਹਾਂ, ਉਹ ਅਸੀਂ ਕਦੀ ਧਿਆਨ ਹੀ ਨਹੀਂ ਦਿੱਤਾ। ਦੂਸਰੇ ਦੇ ਇਮੋਸ਼ਨਸ ਨੂੰ ਵੀ ਸਮਝੋ, ਬਹੁਤ ਜ਼ਰੂਰੀ ਹੈ। ਉਹਦੀ ਜਗ੍ਹਾ ਤੇ ਪਹੁੰਚੋ, ਉਹ ਕੀ ਫੀਲ ਕਰ ਰਿਹਾ, ਕੀ ਫੀਲ ਕਰ ਰਹੀ ਹੈ, ਤਾਂ ਤੁਸੀਂ ਅੰਡਰਸਟੈਂਡ ਕਰ ਪਾਓਗੇ ਦੂਸਰੇ ਦੇ ਇਮੋਸ਼ਨਸ ਨੂੰ। ਇਹ ਜ਼ਰੂਰੀ ਹੈ। ਜਦੋਂ ਤੁਸੀਂ ਦੂਸਰੇ ਦੇ ਇਮੋਸ਼ਨਸ ਨੂੰ ਸਮਝਣ ਲੱਗ ਗਏ ਨਾ, ਫਿਰ ਤੁਹਾਨੂੰ ਆਪਣੇ ਇਮੋਸ਼ਨਸ ਦੇ ਨਾਲ ਵੀ ਡੀਲ ਕਰਨਾ ਆ ਜਾਣਾ ਹੈ, ਨਹੀਂ ਤਾਂ ਨਹੀਂ ਆਣਾ ਤੁਹਾਨੂੰ। ਫਿਰ ਕਹਿੰਦੇ, ਡੋਂਟ ਹੈਸੀਟੇਟ ਟੂ ਰੀਚ ਆਊਟ ਫॉर ਹੈਲਪ। ਘਬਰਾਓ ਨਾ, ਅਗਰ ਤੁਸੀਂ ਇਮੋਸ਼ਨਲੀ ਵੀਕ ਹੋ, ਹਨਾ, ਫਿਰ ਤੁਸੀਂ ਹੈਲਪ ਲਓ। ਇਹ ਜ਼ਰੂਰੀ ਹੈ। ਹੈਲਪ ਆਪਣੀ ਫੈਮਿਲੀ 'ਚ ਲੈ ਸਕਦੇ ਹੋ, ਆਪਣੀ ਪ੍ਰੋਬਲਮਸ ਫਰੈਂਡਸ ਨੂੰ ਦੱਸ ਸਕਦੇ ਹੋ, ਨਹੀਂ ਤਾਂ ਫਿਰ ਤੁਸੀਂ ਡਾਕਟਰ ਦੀ ਹੈਲਪ ਲਓ, ਜਿਹੜੇ ਕਿ ਤੁਹਾਡਾ ਮੈਂਟਲ ਇਸ਼ੂਜ਼ ਦੇ ਨਾਲ ਡੀਲ ਕਰਨਾ ਤੁਹਾਨੂੰ ਸਿਖਾਉਣਗੇ ਕਿਵੇਂ ਕਰਨਾ ਹੈ। ਸਾਈਕੋਲੋਜਿਸਟ ਦੇ ਕੋਲ ਜਾਓ, ਥੈਰੇਪਿਸਟ ਦੇ ਕੋਲ ਜਾਓ, ਤਾਂ ਕਿ ਉਹ ਤੁਹਾਨੂੰ ਇਹਦੇ ਵਿੱਚੋਂ ਉਹ ਸਟੈਪਸ ਦੱਸਣਗੇ। ਕਰਾਉਣਾ ਉਹਨਾਂ ਨੇ ਵੀ ਸੰਗਤ ਜੀ, ਇਹੀ ਗੱਲਾਂ ਸਾਨੂੰ ਪਤਾ ਆ, ਪਰ ਅਸੀਂ ਪ੍ਰੈਕਟੀਕਲ ਨਹੀਂ ਕਰਦੇ। ਕਰਨੀ ਐਕਸਰਸਾਈਜ਼ ਸ਼ੁਰੂ ਕਰੋ, ਦੇਖੋ ਤੇ ਕਿਵੇਂ ਮੂਡ ਚੇਂਜ ਹੁੰਦਾ। ਨੇਚਰ ਵਿੱਚ ਜਾਣਾ ਸ਼ੁਰੂ ਕਰ ਦਿਓ, ਮੂਡ ਕਿਵੇਂ ਚੇਂਜ ਹੁੰਦਾ। ਬਰੀਥਿੰਗ ਐਕਸਰਸਾਈਜ਼ ਕਰਨੀਆਂ ਸ਼ੁਰੂ ਕਰ ਦਿਓ, ਕਿੰਨੇ ਟੌਕਸਿਸ ਜਿਹੜੇ ਨੇ ਅੰਦਰੋਂ ਰਿਲੀਜ਼ ਹੋਣੇ ਸ਼ੁਰੂ ਹੋ ਜਾਣਗੇ। ਤਾਂ ਕਰਨਾ ਤਾਂ ਪੈਣਾ ਹੀ ਆ ਸਾਨੂੰ ਕੁਛ ਨਾ ਕੁਛ। ਮੈਡੀਟੇਸ਼ਨ, ਆਪਣੀ ਬੰਦਗੀ ਵਧਾਓ। ਸੋ ਗੁਰਬਾਣੀ ਵਿੱਚੋਂ ਕੋਈ ਇਹੋ ਜਿਹੀਆਂ ਬਾਣੀ ਦੀਆਂ ਪੰਕਤੀਆਂ, ਇਹੋ ਜਿਹਾ ਸ਼ਬਦ ਲੈ ਕੇ ਉਹਦੀਆਂ ਪੋਜ਼ਿਟਿਵ ਅਫਰਮੇਸ਼ਨਸ ਲੈ ਲਓ,
ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਹੈ ਨਾ? ਇੱਦਾਂ ਦੀਆਂ ਕੁਛ ਵੀ ਲੈ ਲਓ ਜਿਹਨਾਂ ਤੁਹਾਨੂੰ ਪਾਵਰ ਮਿਲਦੀ ਰਵੇ। ਬਾਣੀ ਪੜ੍ਹੋ, ਨਾਮ ਜਪੋ, ਇਹ ਸਾਰੀਆਂ ਚੀਜ਼ਾਂ ਸਾਨੂੰ ਹੈਲਪ ਕਰਦੀਆਂ ਨੇ। ਤੋ ਸੰਗਤ ਜੀ ਬਹੁਤ ਸਾਰੀਆਂ ਰਿਸਰਚਸ ਨੇ, ਉਹਦੇ ਤੇ ਨਹੀਂ ਅਸੀਂ ਟਾਈਮ ਲਾਣਾ ਵੀ ਕਿਹੜੀ ਰਿਸਰਚ ਨੇ ਕੀ ਕਿਹਾ। ਤੋ ਐਡੀ ਮੇਰੇ ਤੋਂ ਲੰਬੀ ਲਿਸਟ ਆ, ਐਡਾ ਰਜਿਸਟਰ ਭਰਿਆ ਪਿਆ ਨੋਟ ਕਰ ਕਰਕੇ ਸੋ ਤੁਹਾਨੂੰ ਦੱਸ ਦਿੱਤਾ ਵੀ ਸਰਕਾਰਾਂ ਵੀ ਹੁਣ ਜਿਹੜੀਆਂ ਇਹਦੇ ਉੱਤੇ ਕੰਮ ਕਰ ਰਹੀਆਂ ਨੇ। ਇਹ ਨਹੀਂ ਕਿ ਇਕੱਲੇ ਡਾਕਟਰਸ ਹੀ ਕੰਮ ਕਰ ਰਹੇ ਨੇ ਜਾਂ ਵਿਦਵਾਨ ਹੀ ਕੰਮ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਆਪਣੇ ਗਵਰਨਮੈਂਟਸ ਨੂੰ ਚਾਹੀਦੇ ਨੇ ਆਪਣੇ ਲੋਕ ਜਿਹੜੇ ਹੈਲਥੀ ਹੋਣ, ਫਿਜ਼ੀਕਲੀ, ਮੈਂਟਲੀ, ਉਹਨਾਂ ਦੇ ਰਿਲੇਸ਼ਨ ਵੀ ਅੱਛੇ ਹੋਣ। ਚਲੋ ਇੱਕ ਰਿਸਰਚ ਦੀ ਗੱਲ ਕਰਦੇ ਹਾਂ। ਹਾਰਵਰਡ ਦੀ 75 ਇਅਰਸ ਦੀ ਰਿਸਰਚ, 75 ਸਾਲਾਂ ਦੀ ਰਿਸਰਚ। ਹਾਰਵਰਡ ਨੇ ਇਹ ਦੱਸਿਆ ਸਾਨੂੰ ਕਿਹਨਾਂ ਦੇ ਉੱਤੇ ਉਹਨਾਂ ਨੇ ਰਿਸਰਚ ਕੀਤੀ, ਜਿਹੜੇ ਉਹਨਾਂ ਦੇ ਹੀ ਪੜ੍ਹ ਕੇ ਸਟੂਡੈਂਟਸ ਗਏ ਹੋਏ ਸਨ, ਜਿਹੜੇ ਜ਼ਿੰਦਗੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਕਸੈਸਫੁਲ ਹੋ ਗਏ, ਬੜੇ ਅਮੀਰ ਵੀ ਹੋ ਗਏ, ਕਈ ਸੈਲੀਬ੍ਰਿਟੀਜ਼ ਬਣ ਗਏ, ਜਾਂ ਕਈ ਜੌਬ ਕਰ ਰਹੇ ਸਨ, ਕਈ ਬਿਜ਼ਨਸ ਕਰ ਰਹੇ ਸਨ, ਜਾਂ ਕਈ ਜਿਹੜੇ ਲਾਈਫ ਦੇ ਵਿੱਚ ਨਹੀਂ ਸਕਸੈਸਫੁਲ ਹੋ ਪਾਏ, ਕਈ ਬਿਮਾਰੀਆਂ ਦੇ ਨਾਲ ਡੀਲ ਕਰ ਰਹੇ ਸਨ, ਇਸ਼ੂਜ਼ ਚੱਲ ਰਹੇ ਸਨ। ਸੋ ਆਪਣੇ ਹੀ ਇਹਨਾਂ ਨੇ ਸਟੂਡੈਂਟਸ ਦੀ ਜਿਹੜੀ ਬਾਰ-ਬਾਰ ਜਾ ਕੇ ਥੋੜ੍ਹੀ ਦੇਰ ਬਾਅਦ ਉਹਨਾਂ ਦੀ ਲਾਈਫ ਨੂੰ ਦੇਖਦੇ ਰਹੇ। 75 ਸਾਲਾਂ ਦੀ ਇਹਨਾਂ ਦੀ ਰਿਸਰਚ ਇਹ ਕਹਿ ਰਹੀ ਹੈ ਕਿ ਫਾਈਨਲੀ ਅਸੀਂ ਤੁਹਾਨੂੰ ਇਹ ਗੱਲ ਦੱਸ ਰਹੇ ਹਾਂ ਕਿ ਇਹ ਕੀ ਕਹਿ ਰਹੀ ਹੈ, ਐਕਸੈਪਟਿੰਗ ਐਵਰੀਬਡੀ ਇਨ ਫੈਮਿਲੀ। ਔਰ ਨਾਲ ਇਹਨਾਂ ਨੇ ਕਿਹਾ ਆ ਵੀ ਜਿਨ੍ਹਾਂ ਦੀ ਫੈਮਿਲੀ ਰਿਲੇਸ਼ਨਸ਼ਿਪ ਅੱਛੇ ਸੀਗੇ ਉਹ ਸਭ ਤੋਂ ਵਧੀਆ ਜ਼ਿੰਦਗੀ ਜੀਏ ਜਾਂ ਜੀ ਰਹੇ ਨੇ। ਇਹਨਾਂ ਨੇ 75 ਸਾਲਾਂ ਦੇ ਲੋਕਾਂ ਕੋਲ ਗਏ ਜਿਨ੍ਹਾਂ ਦੀ ਇੰਨੀ ਲਾਈਫ ਹੋ ਗਈ ਸੀ। ਉਹਨਾਂ ਨੇ ਨੋਟ ਕੀਤਾ ਕਿ 18, 20, 25 ਸਾਲਾਂ ਦੇ ਵੀ ਉਹੋ ਜਿਹੀ ਕੁਆਲਿਟੀ ਦੀ ਲਾਈਫ ਨਹੀਂ ਜੀ ਰਹੇ ਜਿਹੋ ਜਿਹੀ ਇਹ 75, 80, 80 ਸਾਲਾਂ ਦੇ ਹੋ ਕੇ ਵੀ ਜੀ ਰਹੇ ਨੇ। ਉਹਨਾਂ ਦਾ ਪੁੱਛਿਆ ਸਾਰਾ, ਇਹਨਾਂ ਨੇ ਸਟੱਡੀਜ਼ ਕੀਤੀਆਂ, ਬਹੁਤ ਲੰਬਾ ਸਮਾਂ ਕੀਤੀਆਂ। 75 ਸਾਲਾਂ ਦੀ ਇਹਨਾਂ ਦੀ ਸਟੱਡੀ ਕਹਿ ਰਹੀ ਹੈ ਕਿ ਜਿਨ੍ਹਾਂ ਦੇ ਰਿਲੇਸ਼ਨਸ਼ਿਪ, ਫੈਮਿਲੀ ਰਿਲੇਸ਼ਨਸ਼ਿਪ ਅੱਛੇ ਸੀ ਤਾਂ ਉਹਨਾਂ ਨੇ ਬਹੁਤ ਵਧੀਆ ਆਪਣੀ ਜ਼ਿੰਦਗੀ ਜੀ, ਕਿਉਂਕਿ ਅਸੀਂ ਇਮੋਸ਼ਨਲ ਬੀਇੰਗ ਹਾਂ ਸੰਗਤ ਜੀ। ਸੋ ਸਾਨੂੰ ਜਦੋਂ ਇੱਕ ਦੂਸਰੇ ਨਾਲ ਇਮੋਸ਼ਨਸ ਅਸੀਂ ਸ਼ੇਅਰ ਕਰਦੇ ਹਾਂ, ਇੱਕ ਦੂਸਰੇ ਤੋਂ ਸਾਨੂੰ ਹੈਲਪ ਮਿਲ ਜਾਂਦੀ, ਪ੍ਰੇਮ ਮਿਲ ਜਾਂਦਾ, ਨਿੱਘ ਮਿਲ ਜਾਂਦਾ, ਅਸੀਂ ਦਿੰਦੇ ਹਾਂ ਪ੍ਰੇਮ, ਨਿੱਘ, ਸ਼ਾਂਤੀ ਬਣਾ ਕੇ ਰੱਖਦੇ ਹਾਂ, ਤਾਂ ਅਸੀਂ ਕੁਆਲਿਟੀ ਆਫ ਲਾਈਫ ਜਿਹੜਾ ਉਹ ਜੀ ਪਾਉਂਦੇ ਹਾਂ। ਸੋ ਇਹਨਾਂ ਨੇ ਉਹ ਵੀ ਦੱਸਿਆ, ਉਹ ਪੂਰਾ ਕਾਊਂਟ ਦੱਸਿਆ ਵੀ ਇੰਨੇ ਜਾਣੇ ਜਿਹੜੇ ਬਹੁਤ ਜ਼ਿਆਦਾ ਅਮੀਰ ਸੀ ਉਹਨਾਂ ਤੇ ਕੰਮ ਕੀਤਾ, ਇੰਨੇ ਜਾਣੇ ਜਿਹੜੇ ਸੈਲੀਬ੍ਰਿਟੀ ਸੀ ਉਹਨਾਂ ਤੇ ਕੰਮ ਕੀਤਾ। ਤਾਂ ਉਹਨਾਂ ਦੇ ਵਿੱਚ ਜ਼ਿਆਦਾਤਰ ਇਹਨਾਂ ਨੇ ਦੇਖਿਆ ਉਹ ਦੁਖੀ ਸੀ, ਰੋਗੀ ਸੀ, ਅਸ਼ਾਂਤ ਸੀ। ਸਾਰੇ ਨਹੀਂ, ਉਹਨਾਂ ਵਿੱਚ ਕੌਣ ਖੁਸ਼ ਸੀਗੇ, ਜਿਨ੍ਹਾਂ ਦੇ ਆਪਣੇ ਰਿਲੇਸ਼ਨਸ ਅੱਛੇ ਸੀਗੇ। ਸੋ ਫਾਈਨਲੀ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਸੀਂ ਆਪਣੇ ਪਰਿਵਾਰਕ ਮਾਹੌਲ ਨੂੰ ਸੁੰਦਰ ਬਣਾ ਕੇ ਰੱਖੋ, ਆਪਣੇ ਰਿਸ਼ਤਿਆਂ ਦੇ ਨਾਲ ਸੋਹਣਾ ਡੀਲ ਕਰਨਾ ਤੁਸੀਂ ਸਿੱਖੋ, ਤਾਂ ਕਿ ਤੁਸੀਂ ਖੁਸ਼ ਰਹਿ ਪਾਓ। ਆਪਣੇ ਦੁੱਖ ਵੀ ਸ਼ੇਅਰ ਕਰ ਲਿਆ ਕਰੋ, ਆਪਣੇ ਸੁੱਖ ਵੀ ਸ਼ੇਅਰ ਕਰ ਲਿਆ ਕਰੋ। ਇਸ ਤਰ੍ਹਾਂ ਤੁਸੀਂ ਇੱਕ ਦੂਸਰੇ ਨਾਲ ਕਰੋ। ਅੱਜ ਤਾਂ ਜਿਹੜਾ ਜ਼ਮਾਨਾ ਹੋਰ ਹੀ ਆ ਰਿਹਾ, ਆਪਾਂ ਸ਼ੇਅਰ ਹੀ ਨਹੀਂ ਕਰਦੇ ਕਿਸੇ ਦੇ ਨਾਲ। ਸੋ ਇਹ ਸਾਨੂੰ ਕਰਨਾ ਚਾਹੀਦਾ ਸਾਰਿਆਂ ਨਾਲ। ਤੇ ਨਾਲ ਉਹ ਕਹਿੰਦੇ ਨੇ ਫੈਮਿਲੀ ਵਿੱਚ ਇੱਕ ਦੂਸਰੇ ਨੂੰ ਐਕਸੈਪਟ ਕਰੋ, ਕਿਉਂਕਿ ਸਾਰਿਆਂ ਦੀਆਂ ਆਦਤਾਂ ਸੁਭਾਅ ਇੱਕੋ ਜਿਹਾ ਨਹੀਂ ਹੋ ਸਕਦਾ, ਨਾ ਹੀ ਦੂਸਰਿਆਂ ਮੁਤਾਬਕ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ। ਇੱਦਾਂ ਹੀ ਆ ਨਾ, ਉਹ ਦੂਸਰੇ ਚਾਹੁੰਦੇ ਅਸੀਂ ਬਦਲ ਜਾਈਏ, ਅਸੀਂ ਚਾਹੁੰਦੇ ਦੂਸਰਾ ਬਦਲ ਜਾਵੇ। ਇਸ ਕਾਰਨ ਵੀ ਸਾਡੇ ਘਰਾਂ ਵਿੱਚ ਕਲੇਸ਼ ਜਿਹੜੇ ਵੱਧ ਜਾਂਦੇ ਨੇ, ਰਿਸ਼ਤੇ ਸਾਡੇ ਟੁੱਟ ਜਾਂਦੇ ਨੇ। ਤੇ ਉਹ ਬਸ ਆਪਣੇ ਆਪ ਨੂੰ ਅਸੀਂ ਇਨਰ ਸਟਰੈਂਥ ਆਪਣੇ ਅੰਦਰ ਜਗਾਈਏ, ਮੈਡੀਟੇਸ਼ਨ, ਸਿਮਰਨ, ਬੰਦਗੀ, ਐਕਸਰਸਾਈਜ਼ਸ ਕਰੀਏ, ਪੋਜ਼ਿਟਿਵ ਥਾਟਸ ਆਪਣੇ ਰੱਖੀਏ, ਇਮੋਸ਼ਨਸ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਅਸੀਂ ਰੱਖੀਏ, ਤਾਂ ਫਿਰ ਜਿਹੜਾ ਹੈ ਔਰ ਐਕਸੈਪਟ ਕਰੀਏ ਦੂਸਰਿਆਂ ਨੂੰ। ਇਹ ਜਿਸ ਤਰ੍ਹਾਂ ਦੇ ਹੈ ਨੇ, ਇਹਨਾਂ ਨੇ ਪਰਮਾਤਮਾ ਨੇ ਇਹਨਾਂ ਨੂੰ ਮੇਰੇ ਕੋਲ ਭੇਜਿਆ ਆਪਣੇ ਪਰਿਵਾਰ ਵਿੱਚ ਰਿਸ਼ਤੇ ਬਣਾ ਕੇ, ਤੇ ਹੁਣ ਅਸੀਂ ਸੁੰਦਰ ਆਪਣੇ ਰਿਸ਼ਤੇ ਜਿਹੜੇ ਉਹ ਬਣਾ ਕੇ ਰੱਖਣੇ ਆ। ਇਸ ਤਰ੍ਹਾਂ ਦੀ ਅਗਰ ਅਸੀਂ ਫੀਲਿੰਗਸ ਰੱਖਾਂਗੇ ਤਾਂ ਸਾਡੇ ਜਿੰਨੇ ਮਰਜ਼ੀ ਖਰਾਬ ਰਿਸ਼ਤੇ ਹੋਏ ਹੋਣ ਉਹ ਸਾਡੇ ਸੁੰਦਰ ਹੋਣੇ ਸ਼ੁਰੂ ਹੋ ਜਾਣਗੇ। ਤਾਂ ਅਸੀਂ ਇੱਕ ਫੈਮਿਲੀ ਦਾ ਨਿੱਘ, ਪਰਿਵਾਰ ਦਾ ਨਿੱਘ ਜਿਹੜਾ, ਇਹ ਬੜੀ ਵੱਡੀ ਇੱਕ ਪਾਵਰ ਆ ਇਹ ਵੀ। ਅਗਰ ਘਰ 'ਚ ਕਲੇਸ਼ ਪਿਆ ਰਵੇ ਤਾਂ ਬੰਦਾ ਬਾਹਰ ਤਾਂ 100 ਸਟ੍ਰੈਸ ਪਹਿਲਾਂ ਹੀ ਝੇਲ ਰਿਹਾ ਹੁੰਦਾ। ਅਗਰ ਫੈਮਿਲੀ ਵਿੱਚ ਵੀ ਕਲੇਸ਼ ਪਿਆ ਰਵੇ ਤਾਂ ਫਿਰ ਸਾਡਾ ਕੁਆਲਿਟੀ ਆਫ ਲਾਈਫ ਅੱਛੀ ਨਹੀਂ ਰਹਿ ਜਾਂਦੀ ਸੰਗਤ ਜੀ। ਸੋ ਰਿਸ਼ਤੇ ਵੀ ਸੁੰਦਰ ਬਣਾ ਕੇ ਰੱਖਣੇ ਆ। ਸੋ ਸਾਰੇ ਅਸੀਂ ਸਟੈਪਸ ਦੇਖ ਲੈਣੇ ਜੋ ਸਾਨੂੰ ਦੱਸੇ ਗਏ ਨੇ, ਇਹਨਾਂ ਉੱਤੇ ਅਸੀਂ ਕੰਮ ਕਰਨਾ। ਅਸੀਂ ਬਾਰ-ਬਾਰ ਇਹੀ ਵਿਚਾਰਾਂ ਵੈਸੇ ਕਰਦੇ ਆ ਰਹੇ ਕਿੰਨੇ ਸਮੇਂ ਤੋਂ, ਫਿਰ ਇਹੀ ਵਿਚਾਰਾਂ ਅਸੀਂ ਕਰੀ ਜਾਣੀਆਂ ਨੇ। ਅਗਲੇ ਹਫ਼ਤੇ ਅਸੀਂ ਹੋਰ ਟੌਪਿਕ ਲੈ ਕੇ ਫਿਰ ਵਿਚਾਰਾਂ ਕਰਾਂਗੇ। ਉਹ ਵੀ ਮਨ ਦੇ ਉੱਤੇ ਅਸੀਂ ਕਰਾਂਗੇ ਵਿਚਾਰਾਂ, ਤਾਂ ਕਿ ਅਸੀਂ ਆਪਣੇ, ਕਿਉਂਕਿ ਗੁਰੂ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਮਨ ਸਾਧ ਲਓ ਤੁਸੀਂ ਆਪਣਾ। ਮਨ ਸਾਧੋਗੇ ਤਾਂ ਤੁਸੀਂ ਸਿੱਧ ਹੋ ਜਾਓਗੇ, ਸਫਲ ਹੋ ਜਾਓਗੇ। ਸੋ ਇਹ ਵੀ ਇਮੋਸ਼ਨਲ ਹੈਲਥ ਸਾਡੇ ਮਨ ਦਾ ਹੀ ਇੱਕ ਜਿਹੜਾ ਮੈਂਟਲ ਹੈਲਥ ਦਾ ਹੀ ਇੱਕ ਇਸ਼ੂ ਹੈ।
ਸੋ ਇਹਦੇ ਨਾਲ ਅਸੀਂ ਡੀਲ ਕਰਨਾ ਅੱਜ ਸਮਝਿਆ ਕਿਵੇਂ ਕਰਨਾ, ਸਾਰਿਆਂ ਨੇ ਇਹਦੇ ਉੱਤੇ ਕੰਮ ਕਰਨਾ। ਸਾਰੇ ਜਾਣੇ ਸਭ ਨੂੰ ਪ੍ਰੇਮ ਦਿਓ, ਨਿੱਘ ਦਿਓ, ਸੁੱਖ ਦਿਓ, ਸ਼ਾਂਤੀ ਵਰਸਾਓ, ਹੈ ਨਾ? ਇੱਕ ਦੂਸਰੇ ਦੀ ਹੈਲਪ ਕਰੋ, ਦੂਸਰਿਆਂ ਦੇ ਇਮੋਸ਼ਨਸ ਨੂੰ ਵੀ ਸਮਝੋ ਸਾਰੇ ਜਾਣੇ। ਬਸ ਸੋਚ ਲਓ ਵੀ ਅਸੀਂ ਸੁੱਖ ਹੀ ਦੇਣਾ, ਨਿੱਘ ਹੀ ਦੇਣਾ, ਪ੍ਰੇਮ ਹੀ ਦੇਣਾ, ਹੈ ਨਾ? ਜੋ ਦੇਵਾਂਗੇ ਉਹ ਸਾਡੇ ਕੋਲ ਵਾਪਸ ਆਈ ਹੀ ਜਾਏਗਾ। ਬਹੁਤ ਬਹੁਤ ਧੰਨਵਾਦ ਸੰਗਤ ਜੀ, ਬਹੁਤ ਬਹੁਤ ਧੰਨਵਾਦ। ਹਮੇਸ਼ਾ ਹੀ ਆਪ ਜੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ ਸੰਗਤ ਜੀ। ਤੁਹਾਡੀਆਂ ਅਸੀਸਾਂ ਦਾ ਸਦਕਾ ਗੁਰੂ ਮਹਾਰਾਜ ਜੀ ਸਾਨੂੰ ਵੀ ਆਪ ਜੀ ਦੇ ਚਰਨਾਂ ਵਿੱਚ ਬਿਠਾ ਲੈਂਦੇ ਨੇ। ਤੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੀਆਂ ਸੰਗਤਾਂ ਨੂੰ ਪ੍ਰੇਮ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ।